प्यारे बच्चों, अज आपां तुहाडा 10वीं जमात का लास्ट पाठ तुहाडे सिलेबस अकॉर्डिंग चौथा पाठ बनता जिहड़ा कि पर बुक विच 10वां चौथा पाठ जो है तुहाडा अज एशियन जिहदा कि नाम है एशियन अते ओलंपिक खेडां अज वो पढ़न जा रहे हाँ। बच्चों आओ आपां इस दे पहला इतिहास बारे जानकारी प्राप्त करिए कि ये किवें शुरू हुईयां खेडां, इन्हां दी प्राचीन ओलंपिक खेडां की सीगियां। बच्चों ਇਹ ਖੇਡਾਂ यूनान ਵਿੱਚ ओलंपिक नामी नगर ਵਿੱਚ अगस्त ਸਤੰਬਰ ਦੇ ਮਹੀਨੇ ਪੂਰਨਿਮਾ ਦੀ ਰਾਤ ਨੂੰ ਸ਼ੁਰੂ ਹੋਈਆਂ। ਇਹ ਖੇਡਾਂ ਦੇਵਤਾ ਜੀਅਸ ਦੇ ਨਾਮ ਨਾਲ ਸੰਬੰਧਿਤ ਹਨ। ਇਨ੍ਹਾਂ ਖੇਡਾਂ ਦੇ ਆਰੰਭ ਬਾਰੇ ਕੋਈ ਲਿਖਤੀ ਅਮਿੱਟ ਅਤੇ ਪੱਕੇ ਸਬੂਤ ਤਾਂ ਨਹੀਂ ਮਿਲਦੇ, ਪਰ ਫਿਰ ਵੀ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਸਮੇਂ ਤੋਂ ਪਹਿਲਾਂ ਵੀ ਇਹ ਖੇਡਾਂ ਹੁੰਦੀਆਂ ਰਹੀਆਂ ਸਨ। ਆਮ ਕਰਕੇ ਇਹਨਾਂ ਖੇਡਾਂ ਦਾ ਸਮਾਂ 776 ਪੂਰਵ ਈਸਵੀ ਤੋਂ ਆਰੰਭ ਹੋਣ ਦਾ ਮੰਨ ਲਿਆ ਗਿਆ ਹੈ। ਇਹਨਾਂ ਖੇਡਾਂ ਦਾ ਆਰੰਭ ਕਰਨ ਦਾ ਸਿਹਰਾ ਫੀਟੀਅਸ ਅਤੇ ਕਲਿਊਸਥੇਨੀਅਸ ਦੇ ਸਿਰ ਹੈ। ਇਹ ਖੇਡਾਂ ਇਸ ਸਮੇਂ ਤੋਂ ਹਰ ਚੌਥੇ ਸਾਲ ਖੇਡੀਆਂ ਜਾਂਦੀਆਂ ਸਨ, ਪਰ 394 ਈਸਵੀ ਵਿੱਚ, ਬੇਟੇ ਪਹਿਲਾਂ ਮੈਂ ਪੂਰਵ ਈਸਵੀ ਕਿਹਾ, ਹੁਣ ਈਸਵੀ ਦੇ ਵਿੱਚ ਕਹਿ ਰਹੇ ਹਾਂ, ਇਹਨਾਂ ਖੇਡਾਂ ਨੂੰ ਰੋਮਨ ਬਾਦਸ਼ਾਹ ਬਿਊਤਿਸ਼ ਨੇ ਆਪਣੇ ਹੁਕਮਾਂ ਨਾਲ ਬੰਦ ਕਰਵਾ ਦਿੱਤਾ ਸੀਗਾ। ਇਹ ਖੇਡਾਂ ਓਲੰਪੀਆ ਨਗਰ ਐਲਫਿਸ ਨਦੀ ਦੇ ਕੰਢੇ 'ਤੇ ਵਸਦਾ ਸੀ ਜਿੱਥੇ ਹੁੰਦੀਆਂ ਸੀ। ਇਹ ਐਲਿਸ ਰਾਜ ਦਾ ਇੱਕ ਮਸ਼ਹੂਰ ਪਵਿੱਤਰ ਸ਼ਹਿਰ ਸੀ। ਇਹ ਇਹਨਾਂ ਮੰਦਰਾਂ ਵਿੱਚ ਸੁੱਚੀ ਅਗਨੀ ਦੀਆਂ ਜੋਤਾਂ ਜਗਦੀਆਂ ਰਹਿੰਦੀਆਂ ਸਨ। 1100 ਪੂਰਵ ਈਸਵੀ ਤੋਂ ਇਹ ਖੇਡਾਂ ਲਈ ਖਾਸ ਜਗ੍ਹਾ ਬਣੀ ਜਿਸ ਦੀ ਪੂਜਾ ਮੰਦਰ ਦੀ ਤਰ੍ਹਾਂ ਹੁੰਦੀ ਸੀ। ਇੱਕ ਪਾਸੇ ਪਹਾੜੀਆਂ ਦੇ ਢਲਾਣ ਨੂੰ ਕੱਟ ਕੇ ਦਰਸ਼ਕਾਂ ਦੇ ਬੈਠਣ ਲਈ ਜਗ੍ਹਾ ਬਣਾਈ ਗਈ ਜੋ ਹੌਲੀ ਹੌਲੀ ਸਟੇਡੀਅਮ ਦਾ ਰੂਪ ਧਾਰਨ ਕਰ ਗਈ। ਜਿਵੇਂ ਕਿ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿ ਪਹਾੜ ਨੂੰ ਕੱਟ ਕੇ ਸਟੇਡੀਅਮ ਦਾ ਰੂਪ ਲਿਆ ਹੋਇਆ ਹੈ। ਇਹ ਕਹਾਣੀ ਪ੍ਰਚਲਿਤ ਹੈ ਕਿ ਹਰਕੁਲਿਸ ਨੇ ਪਾਰ ਦੀ ਸਵਰਗੀ ਧਰਤੀ ਤੋਂ ਜੈਤੂਨ ਦੇ ਬੂਟੇ ਲਿਆ ਕੇ ਜੀਅਸ ਦੇਵਤੇ ਦੇ ਮੰਦਰ ਵਿੱਚ ਲਾਏ ਸਨ। ਇਹਨਾਂ ਪਵਿੱਤਰ ਰੁੱਖਾਂ ਦੀਆਂ ਟਾਹਣੀਆਂ ਤੇ ਪੱਤਿਆਂ ਨਾਲ ਮੁਕਟ ਬਣਾਏ ਜਾਂਦੇ ਸਨ। ਇਹ ਸਭ ਤੋਂ ਪਵਿੱਤਰ ਅਤੇ ਸ਼ਾਨ ਵਾਲੀ ਚੀਜ਼ ਸਮਝ ਕੇ ਖੇਡਾਂ ਦੇ ਜੇਤੂਆਂ ਨੂੰ ਪਾਏ ਜਾਂਦੇ ਸਨ। ਓਲੰਪਿਕ ਖੇਡਾਂ 4 ਸਾਲਾਂ ਪਿੱਛੋਂ ਹੁੰਦੀਆਂ ਸਨ, ਜਿਨ੍ਹਾਂ ਨੂੰ ਓਲੰਪੀਆ ਕਿਹਾ ਜਾਂਦਾ ਸੀ। ਖੇਡਾਂ ਸ਼ੁਰੂ ਹੋਣ 'ਤੇ ਸਾਰੇ ਯੂਨਾਨ ਵਿੱਚ ਲੜਾਈਆਂ ਬੰਦ ਹੋ ਜਾਂਦੀਆਂ ਸਨ। ਜਦੋਂ ਤੱਕ ਖੇਡਾਂ ਬੰਦ ਹੋਣ ਤੋਂ ਬਾਅਦ ਖਿਡਾਰੀ ਆਪਣੇ ਘਰ ਨਾ ਪਰਤ ਜਾਣ ਤਦ ਤੱਕ ਲੜਾਈ ਸ਼ੁਰੂ ਨਹੀਂ ਹੁੰਦੀ ਸੀ, ਭਾਵ ਕਿ ਸਾਰੇ ਕਿਤੇ ਸ਼ਾਂਤੀ ਰਹਿੰਦੀ ਸੀ। ਓਲੰਪੀਆ ਨਗਰ ਵਿੱਚ ਹਥਿਆਰ ਲਿਆਉਣ ਦੀ ਬਿਲਕੁਲ ਮਨਾਹੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਉਸ ਵਕਤ ਖੇਡਾਂ ਕਿਹੜੀਆਂ ਸ਼ੁਰੂ ਕੀਤੀਆਂ ਗਈਆਂ। ਬੱਚਿਓ, ਪ੍ਰਾਚੀਨ ਓਲੰਪਿਕ ਖੇਡਾਂ ਦੇ ਵਿੱਚ ਸਭ ਤੋਂ ਪਹਿਲਾਂ ਕੇਵਲ ਇੱਕ ਹੀ ਦੌੜ ਸੀ। ਇਸ ਦੌੜ ਨੂੰ ਕੈਲੋਲਿਸ ਨੇ 776 ਪੂਰਵ ਈਸਵੀ ਵਿੱਚ ਜਿੱਤਿਆ ਅਤੇ ਇਹ ਤਕਰੀਬਨ 200 ਗਜ ਲੰਬੀ ਸੀ। ਫਿਰ ਇਸ ਤੋਂ ਬਾਅਦ ਤਾਂ ਜਿਉਂ-ਜਿਉਂ ਹੋਰ ਖੇਡਾਂ ਆਉਂਦੀਆਂ ਗਈਆਂ ਤਦ ਹੋਰ ਖੇਡਾਂ ਦਾ ਨੰਬਰ ਵੀ ਵੱਧਦਾ ਗਿਆ। 724 ਪੂਰਵ ਈਸਵੀ ਵਿੱਚ ਜਦੋਂ 14ਵੀਆਂ ਓਲੰਪਿਕ ਹੋਈਆਂ ਤਦ 400 ਗਜ ਦੀ ਦੌੜ ਦਾ ਵਾਧਾ ਹੋ ਗਿਆ। ਤੁਸੀਂ ਨੀਚੇ ਦੇਖ ਸਕਦੇ ਹੋ ਕਿ ਜਿਉਂ-ਜਿਉਂ ਇਹ ਸਮਾਂ ਵੱਧਦਾ ਗਿਆ ਅਤੇ ਇਹਦੇ ਵਿੱਚ ਗੇਮਾਂ ਦੇ ਵਿੱਚ ਅੱਗੇ ਵਾਧਾ ਹੁੰਦਾ ਗਿਆ। 15ਵੀਆਂ ਓਲੰਪਿਕਸ ਵਿੱਚ 3 ਮੀਲ ਦੀ ਦੌੜ ਦਾ ਵਾਧਾ ਕੀਤਾ ਗਿਆ। ਅੱਗੇ ਫਿਰ 18ਵੀਂ ਓਲੰਪਿਕਸ ਵਿੱਚ ਪੈਂਟਥਲਨ ਆਰੰਭ ਕੀਤੀ ਗਈ। ਇਸ ਵਿੱਚ 5 ਖੇਡਾਂ ਰੱਖੀਆਂ ਗਈਆਂ: ਲੰਬੀ ਛਾਲ, ਨੇਜ਼ਾਬਾਜ਼ੀ, 200 ਗਜ ਦੀ ਦੌੜ, ਡਿਸਕਸ ਸੁੱਟਣਾ ਅਤੇ ਕੁਸ਼ਤੀਆਂ ਲੜਨਾ। ਬਾਅਦ ਵਿੱਚ ਕੁਸ਼ਤੀਆਂ ਦੇ ਮੁਕਾਬਲੇ ਅਲੱਗ ਕਰ ਦਿੱਤੇ ਗਏ ਸੀ। ਬੇਟੇ 23ਵੀਂ ਓਲੰਪਿਕਸ ਵਿੱਚ ਆਦਮੀਆਂ ਲਈ ਮੁੱਕੇਬਾਜ਼ੀ ਸ਼ੁਰੂ ਹੋਈ। 25ਵੀਂ ਓਲੰਪਿਕਸ ਵਿੱਚ 4 ਘੋੜਿਆਂ ਨਾਲ ਰੱਥ ਦੀ ਦੌੜ ਆਰੰਭ ਹੋਈ ਅਤੇ 20ਵੀਂ ਓਲੰਪਿਕ ਵਿੱਚ ਮੁੱਕੇਬਾਜ਼ੀ, ਕੁਸ਼ਤੀਆਂ ਅਤੇ ਪਾਣੀ ਦੀਆਂ ਖੇਡਾਂ ਆਰੰਭ ਕਰ ਦਿੱਤੀਆਂ ਗਈਆਂ। ਇਹ ਖੇਡਾਂ 3 ਤੋਂ 5 ਦਿਨ ਤੱਕ ਚੱਲਦੀਆਂ ਸੀ। ਉਸ ਸਮੇਂ ਦੇ ਵਿੱਚ ਪਹਿਲਾਂ ਤਾਂ ਔਰਤਾਂ ਨੂੰ ਇਹਨਾਂ ਖੇਡਾਂ ਵਿੱਚ ਆਉਣ ਦੀ ਆਗਿਆ ਨਹੀਂ ਸੀ, ਪਰ ਬਾਅਦ ਵਿੱਚ ਇਹ ਆਗਿਆ ਦੇ ਦਿੱਤੀ ਗਈ ਸੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਖਿਡਾਰੀਆਂ ਨੂੰ ਕੀ ਇਨਾਮ ਦਿੱਤੇ ਜਾਂਦੇ ਸੀ ਇਹਨਾਂ ਖੇਡਾਂ ਦੇ ਵਿੱਚ ਜਿਹੜੇ ਜਿੱਤਦੇ ਸੀਗੇ, ਕਿਉਂਕਿ ਉਸ ਵਕਤ ਆਪਣੇ ਹੁਣ ਦੇ ਸਮੇਂ ਅਕੋਰਡਿੰਗ ਗੋਲਡ ਮੈਡਲ ਜਾਂ ਮੈਡਲ ਨਹੀਂ ਹੁੰਦੇ ਸੀ, ਤਾਂ ਉਦੋਂ ਕੀ ਇਨਾਮ ਸੀਗੇ। ਖੇਡਾਂ ਦੇ ਜੇਤੂਆਂ ਨੂੰ ਬਹੁਤ ਮਾਣ ਅਤੇ ਸਤਿਕਾਰ ਨਾਲ ਦੇਖਿਆ ਜਾਂਦਾ ਸੀ, ਪਰ ਬਾਅਦ ਵਿੱਚ ਉਹਨਾਂ ਨੂੰ ਦੇਵਤਾ ਜੀਅਸ ਦੇ ਮੰਦਰ ਵਿੱਚ ਜੈਤੂਨ ਦਰਖਤ ਦੀਆਂ ਟਾਹਣੀਆਂ ਭੇਂਟ ਕੀਤੀਆਂ ਜਾਂਦੀਆਂ ਸਨ। ਕਵੀ ਲੋਕ ਜਿਹੜੇ ਸੀਗੇ ਉਸ ਸਮੇਂ ਦੇ ਇਹਨਾਂ ਦੀਆਂ ਜਿੱਤਾਂ ਦੇ ਗੀਤ ਗਾਉਂਦੇ ਸਨ। ਜੇਤੂਆਂ ਦੇ ਨਾਮ 'ਤੇ ਖੇਡਾਂ ਦੇ ਨਾਮ ਰੱਖੇ ਜਾਂਦੇ ਸਨ। ਜੇਤੂਆਂ ਨੂੰ ਬਾਜੇ ਵਜਾ ਕੇ ਉਹਨਾਂ ਦੇ ਸਾਥੀ ਘਰੀਂ ਛੱਡ ਕੇ ਆਉਂਦੇ ਹੁੰਦੇ ਸੀ। ਵੀ ਇੰਨਾ ਮਾਣ ਸਤਿਕਾਰ ਮਿਲਦਾ ਸੀ ਉਹਨਾਂ ਬੰਦਿਆਂ ਨੂੰ ਉਦੋਂ। ਉਹਨਾਂ
ਦੇ ਸ਼ਹਿਰ ਦੀਆਂ ਦੀਵਾਰਾਂ ਸਜਾਈਆਂ ਜਾਂਦੀਆਂ ਸਨ ਤੇ ਖਾਸ ਸਜੇ ਹੋਏ ਦਰਵਾਜ਼ੇ ਬਣਾਏ ਜਾਂਦੇ ਸਨ। ਜੇਤੂ ਖਿਡਾਰੀ ਦੇਸ਼ ਵਾਸੀਆਂ ਦਾ ਹੀਰਾ ਹੁੰਦਾ ਸੀ। ਹਰੇਕ ਯੂਨਾਨੀ ਦੀ ਖਾਹਿਸ਼ ਹੁੰਦੀ ਇਹਨਾਂ ਖੇਡਾਂ ਵਿੱਚ ਜੇਤੂ ਰਹਿਣ ਦੀ ਹੁੰਦੀ ਸੀ। ਬੱਚਿਓ, ਜਿਉਂ ਹੀ ਖੇਡਾਂ ਚੱਲਦੀਆਂ ਰਹਿੰਦੀਆਂ ਬਹੁਤ ਹਰਮਨ ਪਿਆਰੀਆਂ ਹੁੰਦੀਆਂ ਗਈਆਂ। ਕਈ ਹੋਰ ਦੇਸ਼ਾਂ ਅਤੇ ਕੌਮਾਂ ਨੇ ਵੀ ਇਹਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਯੂਨਾਨੀਆਂ ਨੂੰ ਜਦ ਰੋਮਨ ਨੇ ਫਤਿਹ ਕਰ ਲਿਆ, ਭਾਵ ਕਿ ਉਦੋਂ ਲੜਾਈਆਂ ਜਦੋਂ ਪਹਿਲਾਂ ਚੱਲਦੀਆਂ ਸੀ, ਯੂਨਾਨੀਆਂ ਨੇ ਕਿਹਨੂੰ ਫਤਿਹ ਕਰ ਲਿਆ ਸੀ? ਰੋਮਨਜ਼ ਨੇ। ਇਹ ਯੂਨਾਨ ਨੇ ਸ਼ੁਰੂ ਕੀਤੀਆਂ ਸੀਗੀਆਂ। ਤਾਂ ਰੋਮਨਜ਼ ਨੇ ਕੀ ਕੀਤਾ, ਤਦ ਇਹ ਖੇਡਾਂ ਇੰਨੀਆਂ ਹਰਮਨ ਪਿਆਰੀਆਂ ਨਾ ਰਹੀਆਂ, ਕਿਉਂਕਿ ਰੋਮਨਜ਼ ਖੇਡਾਂ ਨਾਲ ਇੰਨਾ ਪਿਆਰ ਨਹੀਂ ਕਰਦੇ ਸੀ। ਇਹਨਾਂ ਖੇਡਾਂ ਦਾ ਇੰਤਜ਼ਾਮ ਵੀ ਗਿਰਾਵਟ ਵੱਲ ਚਲਾ ਗਿਆ। ਇਹਨਾਂ ਖੇਡਾਂ ਵਿੱਚ ਪੇਸ਼ਾਵਰ ਲੋਕ ਆਉਣ ਲੱਗ ਪਏ ਅਤੇ ਕਈ ਕਿਸਮ ਦੀਆਂ ਵਾਦੀਆਂ ਨੇ ਥਾਂ ਲੈ ਲਈ, ਬੁਰਾਈਆਂ ਦੇ ਵਿੱਚ ਸ਼ਾਮਲ ਹੋ ਗਈਆਂ। ਇਹ ਖੇਡਾਂ ਕੋਈ 1000 ਸਾਲ ਤੋਂ ਵੱਧ ਸਮਾਂ ਚੱਲਦੀਆਂ ਰਹੀਆਂ। ਰੋਮਨ ਬਾਦਸ਼ਾਹ ਥਿਊਸ਼ੀਅਸ ਨੇ ਇੱਕ ਹੁਕਮਨਾਮੇ ਰਾਹੀਂ ਇਹਨਾਂ ਖੇਡਾਂ ਨੂੰ 394 ਪੂਰਵ ਈਸਵੀ ਵਿੱਚ ਬੰਦ ਕਰ ਦਿੱਤਾ। 395 ਪੂਰਵ ਈਸਵੀ ਵਿੱਚ ਦੇਵਤਾ ਜੀਅਸ ਦਾ ਦੇਵ ਬੁੱਤ ਸੀ ਜਿਹੜਾ ਬਣਾਇਆ ਗਿਆ, ਉਸ ਦਾ ਮੰਦਰ ਵਿੱਚੋਂ ਚੁੱਕ ਦਿੱਤਾ ਗਿਆ। ਓਲੰਪੀਆ ਸ਼ਹਿਰ ਦੀ ਰੌਣਕ ਖਤਮ ਹੋ ਗਈ। ਸਟੇਡੀਅਮ ਵੀਰਾਨ ਕਰ ਦਿੱਤਾ ਗਿਆ। ਮੰਦਰਾਂ ਦੀਆਂ ਜੋਤਾਂ ਜਗਣੀਆਂ ਬੰਦ ਹੋ ਗਈਆਂ। ਇਸ ਤੋਂ ਪਿੱਛੋਂ ਤਾਂ ਬਾਦਸ਼ਾਹ ਫਿਊਡਿਸ ਦੂਜੇ ਨੇ ਸਟੇਡੀਅਮ ਵੀ ਤੜਵਾ ਦਿੱਤਾ। ਓਲੰਪੀਆ ਦਾ ਸਾਰਾ ਮੰਦਰ ਢਹਿ ਢੇਰੀ ਕਰ ਦਿੱਤਾ। ਭਾਵ ਕਿ ਬੇਟੇ ਜਿਹੜੇ ਇੱਥੇ ਬਾਅਦ ਵਿੱਚ ਰੋਮਨਜ਼ ਆਏ ਸੀਗੇ, ਉਹ ਖੇਡਾਂ ਨਾਲ ਪਿਆਰ ਨਹੀਂ ਕਰਦੇ ਸੀ। ਉਹਨਾਂ ਨੇ ਇਹਨਾਂ ਖੇਡਾਂ ਨੂੰ ਤਹਿਸ ਨਹਿਸ ਕਰ ਦਿੱਤਾ ਸੀਗਾ। ਭੂਚਾਲ ਤੇ ਹੋਰ ਕੁਦਰਤੀ ਕਰੋਪੀਆਂ ਨੇ ਵੀ ਓਲੰਪੀਆ ਨਗਰ ਤਬਾਹ ਕਰ ਦਿੱਤਾ। ਫਿਰ ਕੁਝ ਦੇਰ ਬਾਅਦ ਓਲੰਪੀਆ ਖੇਡਾਂ ਵਿੱਚ ਓਲੰਪੀਆ ਸ਼ਹਿਰ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ, ਖਤਮ ਹੋ ਗਿਆ ਸੀ ਬੇਟਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਖੇਡਾਂ ਦੀ ਕੀ ਮਹੱਤਤਾ ਹੈ, ਕੀ ਮਹੱਤਵ ਹੈ ਇਹਨਾਂ ਖੇਡਾਂ ਦਾ। ਬੱਚਿਓ, ਇਹ ਇੱਕ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਸੀ ਜਦੋਂ ਖੇਡਾਂ ਹੁੰਦੀਆਂ ਸੀ। ਅਸਲ ਵਿੱਚ ਖੇਡਾਂ ਯੂਨਾਨੀਆਂ ਦਾ ਧਾਰਮਿਕ ਤਿਉਹਾਰ ਸੀ, ਵੀ ਧਰਮ ਦੇ ਤੌਰ 'ਤੇ ਮਨਾਉਂਦੇ ਸੀ। ਉਹ ਦੇਵਤਾ ਜੀਅਸ ਦੀ ਯਾਦ ਵਿੱਚ ਮਨਾਇਆ ਜਾਂਦੀਆਂ ਸਨ। ਲੜਾਈ ਝਗੜੇ ਬੰਦ ਕਰ ਦਿੱਤੇ ਜਾਂਦੇ ਸਨ। ਦੁਸ਼ਮਣ ਅਤੇ ਦੋਸਤ ਓਲੰਪੀਆ ਦੇ ਵਾਤਾਵਰਣ ਵਿੱਚ ਮਿਲਵਰਤਨ ਦੇ ਪਿਆਰ ਨਾਲ ਸਤਿਕਾਰ ਨਾਲ ਰਹਿੰਦੇ ਸਨ। ਲੋਕ ਬਿਨਾਂ ਕਿਸੇ ਡਰ ਭੈ ਤੋਂ ਇੱਧਰ ਉੱਧਰ ਜਾ ਸਕਦੇ ਸਨ, ਕਿਉਂਕਿ ਹਰ ਪਾਸੇ ਕੀ ਸੀ, ਪੂਰੀ ਵਧੀਆ ਸ਼ਾਂਤੀ ਰੱਖੀ ਜਾਂਦੀ ਸੀ। ਸਾਰਾ ਵਾਤਾਵਰਣ ਹੀ ਪਵਿੱਤਰਤਾ ਭਰਿਆ ਹੁੰਦਾ ਸੀ। ਇਹ ਖੇਡਾਂ ਸ਼ਾਂਤੀ, ਪਵਿੱਤਰਤਾ ਅਤੇ ਮਿੱਤਰਤਾ ਦਾ ਸੰਦੇਸ਼ ਦਿੰਦੀਆਂ ਸਨ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਖੇਡਾਂ ਦੇ ਬੇਟੇ ਨਿਯਮ ਕੀ ਸੀ, ਕੀ ਨਿਯਮ ਬਣਾ ਕੇ ਖੇਡਾਂ ਖੇਡੀਆਂ ਜਾਂਦੀਆਂ ਸਨ। ਖੇਡਾਂ ਵਿੱਚ ਹਿੱਸਾ ਲੈਣ ਲਈ ਕੁਝ ਖਾਸ ਨਿਯਮ ਦੀ ਪਾਲਣਾ ਕਰਨੀ ਪੈਂਦੀ ਸਾਨੂੰ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸੀ ਕਿ ਖਿਡਾਰੀ ਯੂਨਾਨੀ ਨਾਗਰਿਕ ਹੋਣੇ ਚਾਹੀਦੇ ਹਨ। ਸਰੀਰਕ ਯੋਗਤਾ ਦਾ ਟੈਸਟ ਲਿਆ ਜਾਂਦਾ ਸੀ। ਖਿਡਾਰੀਆਂ ਨੂੰ ਸਹੁੰ ਚੁੱਕਣੀ ਪੈਂਦੀ ਸੀ ਕਿ ਉਹ ਖੇਡਾਂ ਵਿੱਚ ਠੀਕ ਢੰਗ ਨਾਲ ਹਿੱਸਾ ਲੈਣਗੇ, ਜਿਵੇਂ ਕਿ ਅੱਜ ਕੱਲ੍ਹ ਵੀ ਹੁੰਦਾ ਹੈ। ਖਿਡਾਰੀ ਪੇਸ਼ੇਵਰ ਖਿਡਾਰੀ ਨਹੀਂ ਹੋਣੇ ਚਾਹੀਦੇ। ਫਿਰ ਉਹਨਾਂ ਦਾ ਸੀਗਾ ਕਿ ਖਿਡਾਰੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ 10 ਮਹੀਨੇ ਤੱਕ ਕਿਸੇ ਨਿਗਰਾਨੀ ਹੇਠ ਸਿਖਲਾਈ ਲੈਣੀ ਪੈਂਦੀ ਸੀ। ਆਖਰੀ 1 ਮਹੀਨਾ ਓਲੰਪੀਆ ਵਿੱਚ ਗੁਜ਼ਾਰਨਾ ਪੈਂਦਾ ਸੀ ਅਤੇ ਓਲੰਪੀਆ ਵਿੱਚ ਇਹਨਾਂ ਖਿਡਾਰੀਆਂ ਦੀ ਦੇਖ-ਰੇਖ ਖੇਡਾਂ ਦੇ ਜੱਜ ਕਰਦੇ ਸਨ। ਫੈਸਲਾ ਠੀਕ ਦੇਣ ਲਈ ਜੱਜ ਵੀ ਜੋ ਸੀ ਸਹੁੰ ਚੁੱਕਦੇ ਸੀ ਵੀ ਸਹੀ ਫੈਸਲਾ ਕਰਨਗੇ। ਖਿਡਾਰੀਆਂ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਜੁਰਮ ਨਹੀਂ ਹੋਣਾ ਚਾਹੀਦਾ। ਆਰੰਭ ਵਿੱਚ ਔਰਤਾਂ ਭਾਗ ਨਹੀਂ ਲੈ ਸਕਦੀਆਂ ਸੀ। ਪਹਿਲਾਂ ਇਹਨਾਂ ਖੇਡਾਂ ਵਿੱਚ ਦੇਖਣ ਦੀ ਵੀ ਇਜਾਜ਼ਤ ਨਹੀਂ ਹੁੰਦੀ ਸੀਗੀ। ਔਰ ਪਹਿਲਾ ਅਤੇ ਆਖਰੀ ਦਿਨ ਸੀ ਜੋ, ਉਹ ਧਾਰਮਿਕ ਗੀਤਾਂ ਅਤੇ ਕੁਰਬਾਨੀਆਂ ਦੇਣ ਵਾਲਿਆਂ ਦੀ ਪ੍ਰਸ਼ੰਸਾ ਕਰਨ ਦਾ ਦਿਨ ਹੁੰਦਾ ਸੀਗਾ। ਉਹਨਾਂ ਦੇ ਸ਼ੋਭਾ ਦੇ ਗੀਤ ਗਾਏ ਜਾਂਦੇ ਸਨ, ਉਹਨਾਂ ਦੀ ਸ਼ਹੀਦੀ ਦੇ ਗੀਤ ਗਾਏ ਜਾਂਦੇ ਸਨ। ਹੁਣ ਅਸੀਂ ਬੇਟੇ ਅਗਲੀ ਗੱਲ ਕਰਦੇ ਹਾਂ ਕਿ ਇਹ ਜਿਹੜੇ ਖੇਡਾਂ ਸੀ ਰੋਮਨਸ ਦੇ ਕਾਰਨ ਇਹ ਤਹਿਸ਼ ਨਹਿਸ਼ ਹੋ ਗਈਆਂ ਸੀਗੀਆਂ ਅਤੇ ਉਸ ਤੋਂ ਬਾਅਦ ਸਮੇਂ ਦੇ ਨਾਲ ਬਦਲਾਅ ਆਉਂਦਾ ਗਿਆ ਔਰ ਨਵੀਆਂ ਓਲੰਪਿਕ ਖੇਡਾਂ ਨੇ ਜਨਮ ਲਿਆ। ਨਵੀਆਂ ਓਲੰਪਿਕ ਖੇਡਾਂ ਜਿਹੜੀਆਂ ਸੀਗੀਆਂ, ਹੁਣ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਵੀ ਉਹ ਉਹਦੇ ਵਿੱਚ ਕੀ ਕੁਛ ਹੈਗਾ, ਕੀ ਉਹਦੇ ਨਿਯਮ ਨੇਗੇ, ਕੀ ਖੇਡਾਂ ਨੇਗੀਆਂ, ਉਹਨਾਂ ਸਾਰਿਆਂ ਬਾਰੇ ਆਪਾਂ ਚਰਚਾ ਕਰਦੇ ਹਾਂ। ਬੱਚਿਓ, 14 ਸਦੀਆਂ ਦੇ ਲਗਭਗ ਓਲੰਪਿਕ ਦੀਆਂ ਖੇਡਾਂ ਦੀ ਮਹੱਤਤਾ ਬਾਰੇ ਕਿਸੇ ਨੇ ਖਿਆਲ ਨਾ ਕੀਤਾ। ਪਹਿਲਾਂ ਪਤਾ ਨਹੀਂ ਸੀ, ਕਾਫੀ ਸਮਾਂ ਪਹਿਲਾਂ ਤਾਂ, ਪਰ ਇੰਨੀਆਂ ਮਸ਼ਹੂਰ ਅਤੇ ਲਾਹੇਵੰਦ ਖੇਡਾਂ ਅਮਿੱਟ ਸਨ ਅਤੇ ਸੰਨ 1829 ਈਸਵੀ ਵਿੱਚ, ਹੁਣ ਈਸਵੀ ਆ ਗਈ, ਵਿੱਚ ਜਾਪਾਨ ਅਤੇ ਫਰਾਂਸੀਸੀ ਪੁਰਾਤੱਤਵ ਵਿਗਿਆਨੀਆਂ ਨੇ ਹੰਭਲਾ ਮਾਰਿਆ ਅਤੇ ਓਲੰਪੀਆ ਜਗ੍ਹਾ 'ਤੇ ਖੁਦਾਈ ਸ਼ੁਰੂ ਕਰ ਦਿੱਤੀ। ਬਹੁਤ ਸਾਲਾਂ ਦੀ ਮਿਹਨਤ ਤੋਂ ਪਿੱਛੋਂ ਇਹਨਾਂ ਵਿਗਿਆਨੀਆਂ ਨੂੰ ਕਾਮਯਾਬੀ ਮਿਲੀ। ਓਲੰਪੀਆ ਦੇ ਮੰਦਰ ਜਿਹੜੇ ਉੱਥੋਂ ਦੇ ਸੀਗੇ, ਓਲੰਪੀਆ ਦਾ ਉੱਥੋਂ ਦਾ ਮੰਦਰ ਔਰ ਜਿਹੜਾ ਸਟੇਡੀਅਮ ਸੀ, ਉਹ ਕੀ ਸੀ, ਹੌਲੀ ਹੌਲੀ ਖੁਦਾਈ ਦੇ ਵਿੱਚੋਂ ਲੱਭ ਗਏ ਸੀਗੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਫਿਰ ਖੇਡਾਂ ਤੋਂ ਬਾਅਦ ਹੁਣ ਇਸ ਨੂੰ ਕਿਹਨੇ ਯੋਗਦਾਨ ਪਾਇਆ ਜੇ ਤਾਂ ਕਿ ਇਹ ਨਵੀਆਂ ਖੇਡਾਂ ਹੋਂਦ ਵਿੱਚ ਆਈਆਂ। ਉਹ ਸੀ ਬੇਟੇ ਬੈਰਨ ਦੇ ਕਿਊਬਰਟਨ। ਇਹ ਨਵੀਆਂ ਓਲੰਪਿਕ ਖੇਡਾਂ ਦੇ ਨਿਰਮਾਤਾ ਮੰਨੇ ਜਾਂਦੇ ਹਨ। ਇਹਨਾਂ ਨੇ 1863 ਈਸਵੀ ਵਿੱਚ
ਫਰਾਂਸ ਵਿੱਚ ਜਨਮ ਲਿਆ। ਇਹ ਫਰਾਂਸ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਨ, ਭਾਵ ਕਿ ਉੱਥੋਂ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸੀਗੇ ਅਤੇ ਸਰੀਰਕ ਸਿੱਖਿਆ ਵੱਲ ਇਹਨਾਂ ਦਾ ਖਾਸ ਧਿਆਨ ਸੀ, ਫਿਜ਼ੀਕਲ ਦੇ ਵਿੱਚ। ਇਸ ਸੂਝਵਾਨ ਨੌਜਵਾਨ ਨੇ 1887 ਈਸਵੀ ਵਿੱਚ ਬਰਤਾਨੀਆ ਦਾ ਦੌਰਾ ਕੀਤਾ। ਇੱਥੋਂ ਦੇ ਵਿਦਿਅਕ ਢਾਂਚੇ ਤੋਂ ਬਹੁਤ ਪ੍ਰਭਾਵਿਤ ਹੋਏ। ਹੈਰੋ ਤੇ ਰਗਬੀ ਦੇ ਸਕੂਲਾਂ ਦੀ ਪੜ੍ਹਾਈ ਅਤੇ ਪ੍ਰਬੰਧ ਬਹੁਤ ਚੰਗੇ ਸਨ। ਇਸ ਵਿਦਿਅਕ ਢਾਂਚੇ ਬਾਰੇ ਇਹਨਾਂ ਨੇ ਕਿਤਾਬ ਵੀ ਲਿਖੀ ਸੀਗੀ। ਬੱਚਿਓ, ਬੈਰਨ ਦੀ ਕਿਊਬਟਨ ਬਰਤਾਨੀਆ ਅਤੇ ਅਮਰੀਕਾ ਵਿੱਚ ਗਏ, ਜਿੱਥੇ ਇਹਨਾਂ ਦੀ ਯੋਜਨਾ ਸੁਣ ਕੇ ਹੋਰ ਖੇਡਾਂ ਦੇ ਪ੍ਰੇਮੀਆਂ ਨੇ ਇਹਨਾਂ ਦੀ ਮਦਦ ਕਰਨ ਦੀ ਹਾਮੀ ਭਰੀ। ਇਹ ਖੇਡਾਂ ਰਾਹੀਂ ਸੁੰਦਰਤਾ, ਸਿਹਤ, ਮਨੋਰੰਜਨ ਅਤੇ ਮਿਲਵਰਤਨ ਵਧਾਉਣਾ ਚਾਹੁੰਦੇ ਸਨ। ਇਹਨਾਂ ਦੀ ਕੋਸ਼ਿਸ਼ ਤੋਂ ਪਹਿਲਾਂ 1869 ਤੋਂ 70 ਵਿੱਚ ਵੀ 2 ਵਾਰੀ ਓਲੰਪਿਕ ਖੇਡਾਂ ਦਾ ਨਾਕਾਮਯਾਬ ਯਤਨ ਕੀਤਾ ਗਿਆ ਸੀ, ਪਰ ਇਹ ਅਸਫਲ ਖੇਡਾਂ ਹੀ ਸਨ ਜੋ ਬਾਅਦ ਵਿੱਚ ਸਫਲ ਖੇਡਾਂ ਦੀ ਬੁਨਿਆਦ ਬਣੀਆਂ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਊਬਟਨ ਨੇ ਵੱਖ-ਵੱਖ ਦੇਸ਼ਾਂ ਦਾ ਫਿਰ ਦੌਰਾ ਕੀਤਾ ਇਹਨਾਂ ਨੂੰ ਕਾਮਯਾਬ ਕਰਨ ਲਈ ਅਤੇ ਆਪਣੇ ਖਿਆਲਾਂ ਬਾਰੇ ਸਭ ਨੂੰ ਜਾਣੂ ਕਰਵਾਇਆ। ਆਪਣੇ ਦੇਸ਼ ਫਰਾਂਸ ਵਿੱਚ ਫਰਾਂਸੀਸੀ ਖੇਡ ਸੰਘ ਸਥਾਪਿਤ ਕੀਤਾ। ਫਿਰ 16 ਜੂਨ 1894 ਵਿੱਚ ਇਹ ਅੰਤਰਰਾਸ਼ਟਰੀ ਕਾਂਗਰਸ ਸਾਹਮਣੇ ਓਲੰਪਿਕ ਯੋਜਨਾ ਇਹਨਾਂ ਨੇ ਰੱਖੀ ਸੀਗੀ, ਜਿਸ ਵਿੱਚ ਸਭ ਨੇ ਸਹਿਮਤੀ ਪ੍ਰਗਟ ਕੀਤੀ ਔਰ 6 ਅਪ੍ਰੈਲ ਤੋਂ 15 ਅਪ੍ਰੈਲ 1896 ਈਸਵੀ ਵਿੱਚ ਪਹਿਲੀਆਂ ਓਲੰਪਿਕ ਖੇਡਾਂ ਸ਼ੁਰੂ ਹੋਈਆਂ। ਇਹ ਸਟੇਡੀਅਮ ਹੈ ਜੋ ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਕਿ ਪਹਿਲੀ ਵਾਰੀ ਓਲੰਪਿਕ ਗੇਮਸ ਸ਼ੁਰੂ ਹੋਈਆਂ ਸੀ। ਇਹਨਾਂ ਖੇਡਾਂ ਲਈ ਕਿਊਬਟਨ ਨੇ ਇਹ ਆਦਰਸ਼ ਪੇਸ਼ ਕੀਤਾ ਸੀਗਾ ਕਿ ਓਲੰਪਿਕ ਵਿੱਚ ਸਭ ਤੋਂ ਜ਼ਰੂਰੀ ਗੱਲ ਜਿੱਤ ਪ੍ਰਾਪਤ ਕਰਨ ਨਹੀਂ, ਸਗੋਂ ਚੰਗਾ ਮੁਕਾਬਲਾ ਕਰਨਾ ਹੈ। ਭਾਵ ਕਿ ਸਪੋਰਟਸਮੈਨਸ਼ਿਪ, ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਕਿ ਚੰਗਾ ਸਪੋਰਟਸਮੈਨਸ਼ਿਪ ਦੀ ਭਾਵਨਾ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਹੈ, ਨਾ ਕਿ ਹਾਰਨ ਜਾਂ ਜਿੱਤਣ ਲਈ। ਠੀਕ ਹੈ ਬੇਟਾ, ਇਹਨਾਂ ਦਾ ਵੀ ਕੀ ਸੀ ਉਸ ਵਕਤ ਆਦਰਸ਼ ਇਹੀ ਸੀਗਾ ਕਿ ਓਲੰਪਿਕਸ ਵਿੱਚ ਸਭ ਤੋਂ ਜ਼ਰੂਰੀ ਗੱਲ ਕੀ ਹੈ, ਜਿੱਤ ਪ੍ਰਾਪਤ ਕਰਨਾ ਨਹੀਂ, ਸਗੋਂ ਚੰਗਾ ਮੁਕਾਬਲਾ ਕਰਨਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਓਲੰਪਿਕ ਮੋਟੋ ਕੀ ਹੈ। ਓਲੰਪਿਕ ਮੋਟੋ ਦੇ 3 ਸ਼ਬਦ ਨੇ, ਤੁਸੀਂ ਦੇਖ ਸਕਦੇ ਹੋ ਪਿਕਚਰ ਦੇ ਵਿੱਚ, ਸੀਟੀਅਸ, ਆਲਟੀਅਸ ਤੇ ਫਾਰਟੀਅਸ, ਜਿਹਦਾ ਕਿ ਮਤਲਬ ਬਣ ਜਾਂਦਾ ਹੈ ਕਿ ਬਹੁਤ ਤੇਜ਼, ਹਾਇਰ ਉੱਚਾ ਤੇ ਸਟਰੋਂਗ ਬਹੁਤ ਤਕੜਾ। ਇਹ ਸ਼ਬਦ ਖਿਡਾਰੀ ਦੇ ਨਿਸ਼ਾਨੇ ਨੂੰ ਪ੍ਰਗਟਾਉਂਦੇ ਹਨ। ਇਹਨਾਂ ਦਾ ਭਾਵ ਬਹੁਤ ਤੇਜ਼ ਦੌੜਨਾ, ਬਹੁਤ ਉੱਚੀ ਛਾਲ ਮਾਰਨਾ ਅਤੇ ਬੜੇ ਜ਼ੋਰ ਨਾਲ ਗੋਲਾ ਜਾਂ ਡਿਸਕਸ ਸੁੱਟਣਾ ਜਾਂ ਕੁਸ਼ਤੀਆਂ ਕਰਨਾ, ਦੌੜ, ਉੱਚਾ ਕੁੱਦਣਾ ਜਾਂ ਤਾਕਤ ਦਾ ਕੰਮ ਕਰਨ ਲਈ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰਤ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਬੇਟਾ ਕਿ ਸਹੁੰ ਕੀ ਹੈ। ਓਲੰਪਿਕ ਓਥ ਸਾਨੂੰ ਸਹੁੰ ਚੁੱਕਣੀ ਪੈਂਦੀ ਹੈ ਆਪਾਂ ਜਦੋਂ ਗੇਮਸ ਸ਼ੁਰੂ ਕਰਦੇ ਹਾਂ ਵੀ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਖੇਡਾਂਗੇ, ਤਾਂ ਉਹ ਸਹੁੰ ਕੀ ਹੈ? ਅਸੀਂ ਉਹ ਮੈਂ ਤੁਹਾਨੂੰ ਸ਼ਬਦ ਬੋਲ ਰਿਹਾ, ਅਸੀਂ ਸਹੁੰ ਚੁੱਕਦੇ ਹਾਂ ਕਿ ਅਸੀਂ ਓਲੰਪਿਕ ਖੇਡਾਂ ਦੇ ਮੁਕਾਬਲੇ ਵਿੱਚ ਵਫਾਦਾਰੀ ਨਾਲ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਇਹਨਾਂ ਦੀ ਸ਼ਾਨ ਨੂੰ ਵਧਾਉਂਦੇ ਹੋਏ ਸੱਚੀ ਸਪੋਰਟਸਮੈਨ ਸਪਿਰਿਟ ਨਾਲ ਭਾਗ ਲਵਾਂਗੇ। ਇਹ ਇਸ ਦੀ ਸਹੁੰ ਹੈ ਜਿਹੜੀ ਕਿ ਜਦੋਂ ਗੇਮਸ ਸ਼ੁਰੂ ਹੁੰਦੀਆਂ ਨੇ ਇਹ ਚੁੱਕਣੀ ਪੈਂਦੀ ਹੈ। ਬੇਟੇ ਜਿੱਥੇ ਵੀ ਜਦੋਂ ਗੇਮਸ ਸ਼ੁਰੂ ਹੁੰਦੀਆਂ ਨੇ ਤਾਂ ਉਸ ਦੇ ਨਿਯਮ ਅਨੁਸਾਰ ਉਹ ਸਹੁੰ ਵੀ ਉੱਥੇ ਚੁੱਕਣੀ ਪੈਂਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਖੇਡਾਂ ਦੇ ਨਿਯਮ ਕੀ ਨੇ, ਕੀ ਨਿਯਮ ਬਣਾਏ ਜਾਂਦੇ ਨੇ ਜਿਹੜੇ ਓਲੰਪਿਕ ਖੇਡਾਂ ਨੂੰ ਖੇਡਣ ਵਾਸਤੇ। ਬੇਟੇ ਖੇਡਾਂ ਦੇ ਪਹਿਲੇ ਬਹੁਤ ਸਧਾਰਨ ਹੁੰਦੇ ਸਨ ਜਿਹੜੇ ਨਿਯਮ ਸੀ ਪਹਿਲਾਂ ਤਾਂ, ਪਰ ਕੋਈ ਵਿਅਕਤੀ ਇਹਦੇ ਵਿੱਚ ਹਿੱਸਾ ਲੈ ਸਕਦਾ ਸੀ। ਓਲੰਪਿਕ ਪਿੰਡ ਬਣਾਉਣ ਦੀ ਉਕਤ ਜਿਹੜੀ ਉਸ ਵਕਤ ਜ਼ਰੂਰਤ ਸੀ ਉਹ ਮਹਿਸੂਸ ਨਹੀਂ ਹੋਈ ਸੀ ਪਹਿਲਾਂ ਵੀ। ਇਸ ਦੀ ਕੋਈ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ, ਕੋਈ ਪਿੰਡ ਬਣਾਉਣਾ ਹੋਣਾ ਚਾਹੀਦਾ ਹੈ। ਪਰ ਕੀ ਹੋਇਆ ਕਿ 1908 ਈਸਵੀ ਵਿੱਚ ਲੰਡਨ ਵਿੱਚ ਹੋਈਆਂ ਜਿਹੜੀਆਂ ਖੇਡਾਂ ਸੀਗੀਆਂ ਓਲੰਪਿਕਸ ਗੇਮਾਂ, ਉੱਥੇ ਕੀ ਸੀ, ਕੁਛ ਕੁ ਨਿਯਮ ਬਣਾਏ ਗਏ ਨੇ। ਇਹ ਤੁਸੀਂ ਪਿਕਚਰ ਦੇਖ ਸਕਦੇ ਹੋ। ਪਹਿਲਾ ਇਸ ਦਾ ਜਿਹੜਾ ਸੀਗਾ ਲੋਗੋ ਸੀਗਾ ਅਤੇ ਓਲੰਪਿਕ ਗੇਮਸ ਜਿਹੜੀਆਂ ਹੈਗੀਆਂ ਸੀ 1908 ਵਿੱਚ ਜਦੋਂ ਹੋਈਆਂ ਲੰਡਨ ਵਿੱਚ, ਉਦੋਂ ਕੁਛ ਕੁ ਨਿਯਮ ਬਣਾਏ ਗਏ। ਇਹ ਨਿਯਮ ਕੀ ਸੀਗੇ? ਸਭ ਤੋਂ ਪਹਿਲਾਂ ਕੀ ਸੀ ਕਿ ਉਹ ਹਰ ਦੇਸ਼ ਜੋ ਓਲੰਪਿਕ ਖੇਡਾਂ ਦਾ ਮੈਂਬਰ ਹੈ ਆਪਣੇ ਦੇਸ਼ ਵਾਸੀ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਭੇਜ ਸਕਦਾ ਹੈ। ਦੂਜਾ ਨਿਯਮ ਹੈ ਕਿ ਜੇਕਰ ਕੋਈ ਖਿਡਾਰੀ ਕਿਸੇ ਇੱਕ ਦੇਸ਼ ਵੱਲੋਂ ਹਿੱਸਾ ਲੈ ਲਵੇ ਤਦ ਉਹ ਕਿਸੇ ਹੋਰ ਦੇਸ਼ ਵੱਲੋਂ ਹਿੱਸਾ ਨਹੀਂ ਲੈ ਸਕਦਾ। ਪਰ ਜੇਕਰ ਦੇਸ਼ ਨਵਾਂ ਬਣਿਆ ਹੋਵੇ ਤਦ, ਜਿਵੇਂ ਪਹਿਲਾਂ ਪਾਕਿਸਤਾਨ ਬਣਿਆ ਸੀ, ਤਦ ਕੀ ਹੈ ਉਸ ਵਕਤ ਇਹ ਸ਼ਰਤ ਲਾਗੂ ਨਹੀਂ ਹੁੰਦੀ। ਜਿਵੇਂ ਕਿ ਹੁਣ ਆਪਣੇ ਅਭਿਨਵ ਬਿੰਦਰਾ ਨੇ ਇੰਡੀਆ ਲਈ ਖੇਡਿਆ, ਇਹਨਾਂ ਨੇ ਇੰਡੀਆ ਲਈ ਮੈਡਲ ਲਿਆਂਦਾ। ਹੁਣ ਇਹ ਨਹੀਂ ਹੈਗਾ ਕਿ ਕੱਲ੍ਹ ਨੂੰ ਕੋਈ ਹੋਰ ਦੇਸ਼ ਇਹਨਾਂ ਨੂੰ ਹੋਰ ਲਾਲਚ ਦੇਵੇ ਵੀ ਸਾਡੇ ਦੇਸ਼ ਲਈ ਤੁਸੀਂ ਖੇਡੋ, ਤਾਂ ਉਹ ਇਸ ਤਰ੍ਹਾਂ ਸੰਭਵ ਨਹੀਂ ਹੈਗਾ। ਤੀਸਰਾ ਨਿਯਮ ਹੈ ਕਿ ਕੋਈ ਖਿਡਾਰੀ ਪੇਸ਼ਾਵਰ ਨਹੀਂ ਹੋਣਾ ਚਾਹੀਦਾ। ਉਸ ਦੀ ਪੁਸ਼ਟੀ ਉਸ ਨੇ ਖੇਡ ਦੀ ਕਮੇਟੀ ਲੋਕ ਕਰਨੀ ਹੁੰਦੀ ਹੈ
ਅਤੇ ਖਿਡਾਰੀਆਂ ਨੂੰ ਇਹ ਲਿਖ ਕੇ ਵੀ ਦੇਣਾ ਪੈਂਦਾ ਹੈ। ਪੇਸ਼ਾਵਰ ਮੀਨਸ ਜਿਵੇਂ ਕਿ ਸਰਕਸ ਦੇ ਵਿੱਚ ਤੁਸੀਂ ਦੇਖਿਆ ਵੀ ਅੱਖਾਂ ਬੰਦ ਕਰਕੇ ਨਿਸ਼ਾਨੇ ਲਗਾਏ ਜਾਂਦੇ ਨੇ, ਹੋਰ ਨਹੀਂ, ਉਹ ਬੇਟਾ ਪੇਸ਼ੇਵਰ ਖਿਡਾਰੀ ਹੁੰਦੇ ਨੇਗੇ। ਇਸ ਕਰਕੇ ਸਿਰਫ ਸਪੋਰਟਸਮੈਨਸ਼ਿਪ ਦੀ ਭਾਵਨਾ ਵਾਲਿਆਂ ਨੂੰ ਹੀ ਖੇਡਣ ਦੀ ਆਗਿਆ ਹੈ, ਨਾ ਕਿ ਪੇਸ਼ੇਵਰ ਖਿਡਾਰੀਆਂ ਨੂੰ। ਖਿਡਾਰੀ ਦੀ ਉਮਰ, ਜਾਤ ਅਤੇ ਧਰਮ ਦੀ ਕੋਈ ਰੋਕ ਨਹੀਂ ਹੁੰਦੀ। ਕੋਈ ਵੀ ਉਮਰ ਦਾ, ਜਾਤ ਦਾ ਬੰਦਾ ਜੋ ਹੈ ਖੇਡਾਂ ਵਿੱਚ ਭਾਗ ਲੈ ਸਕਦਾ ਹੈ। ਖਿਡਾਰੀ ਕਿਸੇ ਨਸ਼ੇ ਦੀ ਆਦਤ ਵਿੱਚ ਖੇਡ ਵਿੱਚ ਹਿੱਸਾ ਨਹੀਂ ਲੈ ਸਕਦਾ। ਬੱਚੇ, ਹੁਣ ਸਾਰਿਆਂ ਦਾ ਡੋਪ ਟੈਸਟ ਪਹਿਲਾਂ ਕੀਤਾ ਜਾਂਦਾ ਹੈ ਖੇਡਾਂ ਦੇ ਦੌਰਾਨ, ਤਾਂ ਕਿ ਕੋਈ ਨਸ਼ਾ ਕਰਕੇ ਖੇਡਾਂ ਵਿੱਚ ਪਾਰਟੀਸਪੇਟ ਨਾ ਕਰੇ। ਖਿਡਾਰੀ ਦਾ ਸੈਕਸ ਟੈਸਟ ਕੀਤਾ ਜਾਂਦਾ ਹੈ, ਤਾਂ ਕਿ ਕੀ ਹੈ, ਕਈ ਵਾਰੀ ਕੀ ਹੁੰਦਾ ਬੇਟਾ, ਕੁਛ ਕੁ ਲੜਕੇ ਨੇ ਜਿਹੜੇ ਕਿ ਸ਼ਕਲ ਤੋਂ ਲੜਕੀਆਂ ਵਰਗੀ ਆਪਣੀ ਸ਼ਕਲ ਬਣਾ ਕੇ ਉਹ ਲੜਕੀਆਂ ਦੇ ਇਵੈਂਟਸ ਵਿੱਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰ ਸਕਦੇ ਨੇ, ਜਿਸ ਨਾਲ ਕਿ ਇੱਕ ਧੋਖਾ ਹੀ ਹੁੰਦਾ ਹੈ। ਸੋ ਇਹਨਾਂ ਲਈ ਉਹਨਾਂ ਦਾ ਟੈਸਟ ਵਗੈਰਾ ਪਹਿਲਾਂ ਪ੍ਰੋਪਰ ਕੀਤਾ ਜਾਂਦਾ ਹੈ। ਇਹਨਾਂ ਖੇਡਾਂ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਚਲਾਉਂਦੀ ਹੈ, ਜਿਸ ਦਾ ਕਿ ਦਫ਼ਤਰ ਤੁਸੀਂ ਨੀਚੇ ਦੇਖ ਸਕਦੇ ਹੋ ਕਿ ਦਫ਼ਤਰ ਹੈ ਉਹਨਾਂ ਦਾ। ਇਸ ਕਮੇਟੀ ਵਿੱਚ ਹਰ ਦੇਸ਼ ਦਾ ਮੈਂਬਰ ਹੁੰਦਾ ਹੈ, ਪਰ ਜਿਸ ਦੇਸ਼ ਦੇ ਵਿੱਚ ਓਲੰਪਿਕ ਹੋਣੀਆਂ ਹੋਣ, ਜਿੱਥੇ ਖੇਡਾਂ ਬਹੁਤ ਚੰਗੀ ਤਰ੍ਹਾਂ ਹੁੰਦੀਆਂ ਹੋਣ, ਉੱਥੋਂ ਦੇ 2 ਮੈਂਬਰ ਵੀ ਹੋ ਸਕਦੇ ਹਨ। ਇਹ ਕਮੇਟੀ ਆਪਣੇ ਮੈਂਬਰਾਂ ਦੀਆਂ ਵੋਟਾਂ ਰਾਹੀਂ 8 ਸਾਲ ਲਈ ਪ੍ਰਧਾਨ ਚੁਣਦੀ ਹੈ, 4 ਸਾਲ ਲਈ 2 ਉਪ ਪ੍ਰਧਾਨ ਚੁਣਦੀ ਹੈ, 5 ਹੋਰ ਮੈਂਬਰ ਵੀ ਇਸ ਬੋਰਡ ਦੇ ਮੈਂਬਰ ਹੁੰਦੇ ਹਨ। ਇਸ ਕਮੇਟੀ ਦਾ ਕੰਮ ਓਲੰਪਿਕ ਖੇਡਾਂ ਦੇ ਨਿਯਮਾਂ ਅਨੁਸਾਰ ਖੇਡਾਂ ਕਰਵਾਉਣਾ ਹੁੰਦਾ ਹੈ। ਹੁਣ ਬੇਟਾ ਅਸੀਂ ਗੱਲ ਕਰਦੇ ਹਾਂ ਜਿਹੜਾ ਓਲੰਪਿਕ ਝੰਡਾ ਹੈ, ਇਹਦਾ ਫਲੈਗ ਹੈ, ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਇਸ ਝੰਡੇ ਦੀ ਬਣਤਰ ਜਿਹੜੀ ਸੀ ਕਿਊਬਟਨ ਨੇ ਬਣਾਈ ਸੀ, ਜਿਹਨੇ ਕਿ ਗੇਮਾਂ ਸ਼ੁਰੂ ਕਰਨ ਦਾ ਯੋਗਦਾਨ ਪਾਇਆ ਸੀ। 1920 ਈਸਵੀ ਵਿੱਚ ਜਦੋਂ ਐਟ ਬਰਫ ਵਿੱਚ ਓਲੰਪਿਕ ਹੋਈਆਂ, ਤਦ ਇਹ ਝੰਡਾ ਲਹਿਰਾਇਆ ਗਿਆ ਸੀਗਾ। ਇਸ ਝੰਡੇ ਦੇ 5 ਰੰਗ ਲਾਲ, ਹਰਾ, ਪੀਲਾ, ਨੀਲਾ ਅਤੇ ਕਾਲਾ 5 ਚੱਕਰ ਆਪਸ ਵਿੱਚ ਜੋੜ ਕੇ ਬਣਾਏ ਹੋਏ ਹਨ, ਜੋ ਕਿ 5 ਮਹਾਂਦੀਪ ਜਿਹੜੇ ਕਿ ਆਸਟ੍ਰੇਲੀਆ, ਯੂਰਪ, ਅਫਰੀਕਾ, ਏਸ਼ੀਆ ਅਤੇ ਅਮਰੀਕਾ ਦੀ ਪ੍ਰਤੀਨਿਧਤਾ ਕਰਦੇ ਹਨ। ਇਹਨੂੰ ਧਿਆਨ ਨਾਲ ਸੁਣਨਾ ਬੇਟਾ, ਸਮਝਣਾ, ਕਿਉਂਕਿ ਛੋਟੇ ਕੁਐਸਚਨ ਵੀ ਨੇ ਤੁਹਾਡੇ ਵਿੱਚ। ਇਹਨਾਂ ਚੱਕਰਾਂ ਦਾ ਆਪਸ ਵਿੱਚ ਜੁੜੇ ਹੋਣਾ 5 ਮਹਾਂਦੀਪਾਂ ਦੀ ਮਿੱਤਰਤਾ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਝੰਡੇ ਦੀ ਸ਼ੇਪ ਅੰਗਰੇਜ਼ੀ ਦੇ ਅੱਖਰ W ਵਰਗੀ ਹੈ। ਜੇਕਰ ਤੁਸੀਂ ਦੇਖੋ ਨੀਚੋਂ ਨੀਲੇ ਤੋਂ ਯੈਲੋ ਕੰਨੀ ਆ ਜਾਓ, ਫਿਰ ਉੱਪਰ ਬਲੈਕ 'ਤੇ ਚਲੇ ਜਾਓ, ਫਿਰ ਗ੍ਰੀਨ 'ਤੇ ਆ ਜਾਓ, ਉਂਗਲੀ ਘੁਮਾਓ ਔਰ ਰੈੱਡ 'ਤੇ ਚਲੇ ਜਾਓ, ਤਾਂ ਇੱਕ W ਦਾ ਅੱਖਰ ਬਣ ਜਾਂਦਾ ਹੈਗਾ। ਤਾਂ ਇਸ ਦੀ ਸ਼ਕਲ ਜਿਹੜੀ ਹੈ W ਅੱਖਰ ਵਰਗੀ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਓਲੰਪਿਕਸ ਦੇ ਵਿੱਚ ਕਿਹੜੀਆਂ ਜੋ ਖੇਡਾਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਨੇ। ਬੇਟਾ ਤੀਰਅੰਦਾਜ਼ੀ, ਐਥਲੈਟਿਕਸ, ਬਾਸਕਟਬਾਲ, ਬਾਕਸਿੰਗ, ਪੈਦਲ, ਬੇੜੀ ਚਲਾਉਣਾ, ਸਾਈਕਲਿੰਗ, ਘੋੜ ਦੌੜ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਨਿਸ਼ਾਨੇਬਾਜ਼ੀ, ਕਿਸ਼ਤੀ ਦੌੜ, ਤੈਰਾਕੀ ਅਤੇ ਡੁਬਕੀ ਲਗਾਉਣਾ, ਤਲਵਾਰਬਾਜ਼ੀ, ਵਾਲੀਬਾਲ, ਆਪਣੇ ਵਾਟਰ ਪੋਲੋ, ਭਾਰ ਚੱਕਣਾ, ਕੁਸ਼ਤੀਆਂ, ਯਾਟ ਦੌੜਾਂ, ਲਾਨ ਟੈਨਿਸ, ਬੈਡਮਿੰਟਨ, ਟੇਬਲ ਟੈਨਿਸ ਅਤੇ ਬੀਚ ਵਾਲੀਬਾਲ, ਇਹ ਜਿਹੜੀਆਂ ਖੇਡਾਂ ਨੇ ਇਹ ਸ਼ਾਮਲ ਕੀਤੀਆਂ ਗਈਆਂ ਨੇ ਓਲੰਪਿਕ ਗੇਮਸ ਦੇ ਵਿੱਚ। ਸਮੇਂ-ਸਮੇਂ 'ਤੇ ਸੋਧ ਵਗੈਰਾ ਹੁੰਦੀ ਰਹਿੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਓਲੰਪਿਕ ਖੇਡਾਂ ਦੀ ਤਰਤੀਬ ਕੀ ਹੈ, ਕਿ ਕਦੋਂ ਕਿਹੜੇ ਦੇਸ਼ ਵਿੱਚ ਇਹ ਖੇਡਾਂ ਸ਼ੁਰੂ ਹੋਈਆਂ, ਕਿੱਥੇ, ਔਰ ਕਦੋਂ ਤੱਕ ਇਹ ਕਿੱਥੇ ਹੁੰਦੀਆਂ ਰਹੀਆਂ। ਆਪਾਂ ਥੋੜ੍ਹੀ ਝਾਤ ਉਸ 'ਤੇ ਹੀ ਮਾਰ ਲੈਂਦੇ ਹਾਂ ਕਿ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਖੇਡਾਂ ਕਦੋਂ ਹੋਈਆਂ। ਬਟ 1896 ਵਿੱਚ ਪਹਿਲਾਂ ਇਹ ਏਥਨਸ ਦੇ ਵਿੱਚ ਹੋਈਆਂ ਸੀ। 1900 ਵਿੱਚ, ਕਿਉਂਕਿ ਹਰ 4 ਸਾਲ ਬਾਅਦ ਹੁੰਦੀਆਂ ਨੇ। 1900 ਦੇ ਵਿੱਚ ਪੈਰਿਸ ਦੇ ਵਿੱਚ, 1904 ਦੇ ਵਿੱਚ ਅਮਰੀਕਾ ਵਿੱਚ, 1908 ਦੇ ਵਿੱਚ ਲੰਡਨ, ਇੰਗਲੈਂਡ, ਤੁਸੀਂ ਨੀਚੇ ਤਸਵੀਰ 'ਚ ਦੇਖਦੇ ਰਹਿਣਾ ਹੈਗਾ ਨਾਲ। 1912 ਦੇ ਵਿੱਚ ਸਵੀਡਨ ਦੇ ਵਿੱਚ, 16 ਦੇ ਵਿੱਚ ਇਹ ਪਹਿਲੀ ਜੰਗ ਕਰਕੇ ਜੋ ਸੀ ਜਰਮਨੀ ਦੇ ਵਿੱਚ, ਅਤੇ 1920 ਦੇ ਵਿੱਚ ਐਟਵਰਪ ਦੇ ਵਿੱਚ ਬੈਲਜੀਅਮ, 1924 ਵਿੱਚ ਪੈਰਿਸ ਫਰਾਂਸ, 1928 ਦੇ ਵਿੱਚ ਹਾਲੈਂਡ, 32 ਦੇ ਵਿੱਚ ਅਮਰੀਕਾ, 36 ਵਿੱਚ ਜਰਮਨੀ, 40 ਦੇ ਵਿੱਚ ਫਿਰ ਜਪਾਨ ਟੋਕੀਓ। ਦੂਜੀ ਜੰਗ ਕਰਕੇ ਇੱਥੇ ਭਾਵੇਂ ਇਹ ਖੇਡਾਂ ਉਸ ਵਕਤ ਨਹੀਂ ਹੋਈਆਂ ਸੀਗੀਆਂ, ਔਰ ਪਹਿਲਾਂ 1916 ਵਿੱਚ ਵੀ ਨਹੀਂ ਹੋਈਆਂ ਜਰਮਨੀ ਵਿੱਚ, ਅਤੇ ਹੁਣ ਜਪਾਨ ਵਿੱਚ ਵੀ ਨਹੀਂ। ਅਤੇ ਔਰ 1944 ਦੇ ਵਿੱਚ ਕੀ ਨੇ ਫਿਰ ਇਹ ਲੰਡਨ ਇੰਗਲੈਂਡ, 48 ਦੇ ਵਿੱਚ ਫਿਰ ਲੰਡਨ ਇੰਗਲੈਂਡ, 52 ਦੇ ਵਿੱਚ ਫਿਨਲੈਂਡ, 56 ਵਿੱਚ ਆਸਟ੍ਰੇਲੀਆ, 60 ਦੇ ਵਿੱਚ ਇਟਲੀ, 64 ਦੇ ਵਿੱਚ ਜਪਾਨ। ਬੇਟੇ ਮੈਂ ਤੁਹਾਨੂੰ ਤਾਂ ਦੱਸਣੇ ਡੇਟਸ ਕਿਉਂਕਿ ਤੁਹਾਨੂੰ ਕੁਛ ਕੁ ਪਿਛਲੇ ਸਾਲ ਦੀਆਂ ਡੇਟਸ ਕਿਤੇ ਪੁੱਛ ਸਕਦੇ ਨੇ, ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ, ਸੁਣ ਲੈਣਾ, ਸਮਝ ਲੈਣਾ। ਆਪਾਂ ਜ਼ਿਆਦਾ ਦੂਰ ਨਹੀਂ ਜਾਂਦੇ। ਆਪਾਂ 2000 ਤੋਂ ਦੁਬਾਰਾ ਤੁਹਾਨੂੰ ਦੱਸਦਾ ਕਿ 2000 ਈਸਵੀ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਈਆਂ ਸੀ, ਸਿਡਨੀ ਵਿੱਚ। 4 ਦੇ ਵਿੱਚ ਇਹ ਏਥਨਸ ਦੇ ਵਿੱਚ ਯੂਨਾਨ 'ਚ ਹੋਈਆਂ ਸੀ, ਔਰ 2008 ਦੇ ਵਿੱਚ ਬੀਜ਼ਿੰਗ ਚੀਨ ਦੇ ਵਿੱਚ ਹੋਈਆਂ ਸੀ, 12 ਦੇ ਵਿੱਚ ਲੰਡਨ 'ਚ ਹੋਈਆਂ ਸੀ, 16 ਦੇ ਵਿੱਚ ਰੀਓ ਬ੍ਰਾਜ਼ੀਲ ਦੇ ਵਿੱਚ ਹੋਈਆਂ ਸੀ। ਔਰ ਹੁਣ ਜਿਹੜੀਆਂ ਸੀ ਇਸ ਵਕਤ 2020 ਦੇ ਵਿੱਚ 2020 ਦੇ ਵਿੱਚ ਟੋਕੀਓ ਦੇ ਵਿੱਚ ਜਪਾਨ ਦੇ ਵਿੱਚ ਖੇਡਾਂ ਹੋਣੀਆਂ ਸੀ। ਪਰ ਤੁਹਾਨੂੰ ਪਤਾ ਕਿਹੜਾ ਇਸ ਵਕਤ ਪੈਂਡੇਮਿਕ ਜੋ ਹੁਣ ਪ੍ਰੋਬਲਮ ਚੱਲ ਰਹੀ ਸਾਡੀ ਇੱਕ ਕਰੋਨਾ ਕਰਕੇ, ਇਸ ਕਰਕੇ ਇਹ ਖੇਡਾਂ ਜਿਹੜੀਆਂ ਹੈਗੀਆਂ ਨੇ ਇਹ ਪੋਸਟਪੋਨ ਹੋ ਗਈਆਂ, ਰੱਦ ਕਰਤੀਆਂ ਗਈਆਂ ਸੀ। ਹਾਲੇ ਇਹ ਹਾਲ ਦੀ ਘੜੀ ਇਹ ਖੇਡਾਂ ਨਹੀਂ ਹੋਣੀਆਂ ਨੇ।
ਹੁਣ ਆਪਾਂ ਗੱਲ ਕरें ਬੇਟੇ ਕਿ ਓਲੰਪਿਕ ਖੇਡਾਂ ਦੇ ਵਿੱਚ ਭਾਰਤ ਦਾ ਕੀ ਯੋਗਦਾਨ ਹੈ, ਭਾਰਤ ਕਿੱਥੇ ਖੜਾ ਇਹਨਾਂ ਖੇਡਾਂ ਦੇ ਵਿੱਚ। ਤਾਂ ਅਸੀਂ ਜੇਕਰ ਜ਼ਿਆਦਾ ਡੂੰਘਾਈ ਵਿੱਚ ਨਾ ਜਾਈਏ ਤਾਂ ਬੇਟੇ ਮੋਟੀ ਜਿਹੀ ਗੱਲ ਹੈ ਕਿ ਭਾਰਤ ਨੇ ਹੁਣ ਤੱਕ 9 ਗੋਲਡ ਮੈਡਲ ਜਿੱਤੇ ਨੇ, ਜਿਨ੍ਹਾਂ ਵਿੱਚੋਂ ਕਿ 8 ਜਿਹੜੇ ਮੈਡਲ ਨੇ ਉਹ ਭਾਰਤ ਨੇ ਗੋਲਡ ਜਿਹੜੇ ਹੈਗੇ ਸੀਗੇ ਉਹ ਆਪਣੇ ਜਿੱਤੇ ਸੀਗੇ ਹਾਕੀ ਦੇ ਵਿੱਚ। ਹਾਕੀ ਵਿੱਚ ਇਹਨਾਂ ਨੇ ਜਿੱਤੇ ਸੀਗੇ। ਔਰ ਫਿਰ ਬਾਅਦ ਵਿੱਚ ਕੀ ਹੈ, ਇੱਕ ਮੈਡਲ ਜਿਹੜਾ ਗੋਲਡ ਹੈ ਸਾਡਾ ਉਹ ਅਭਿਨਵ ਬਿੰਦਰਾ ਨੇ ਸ਼ੂਟਿੰਗ ਦੇ ਵਿੱਚ ਜਿੱਤਿਆ ਸੀਗਾ। ਇਹਨਾਂ ਖੇਡਾਂ ਨੂੰ ਸ਼ੁਰੂ ਕਰਨ ਦੇ ਲਈ ਜਿਹੜੇ ਸਾਡੇ ਨੇਗੇ YMCA ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ, ਜਿਨ੍ਹਾਂ ਨੇ ਕਿ ਸਮੇਂ ਦੇ ਵਿੱਚ ਇਹਨੂੰ ਉੱਚਾ ਚੁੱਕਣ ਵਿੱਚ ਸਭ ਤੋਂ ਮੇਨ ਰੋਲ ਅਦਾ ਕੀਤਾ ਸੀਗਾ YMCA ਨੇ। ਔਰ ਜਿਹੜੇ ਸਾਡੇ ਉਸ ਵਕਤ ਦੇ ਸੀਗੇ ਜਿਹੜੀ ਪਹਿਲੀ ਟੀਮ ਤੁਸੀਂ ਦੇਖ ਸਕਦੇ ਹੋ 1900 ਈਸਵੀ ਵਿੱਚ, ਭਾਵੇਂ ਇੰਡੀਆ ਨੇ 1896 ਵਿੱਚ ਸ਼ੁਰੂ ਹੋਈਆਂ ਸੀ, 1900 ਈਸਵੀ ਵਿੱਚ ਇੰਡੀਆ ਨੇ ਪਹਿਲੀ ਵਾਰੀ ਭਾਗ ਲਿਆ ਸੀਗਾ। 1900 ਈਸਵੀ ਵਿੱਚ ਇੰਡੀਆ ਨੇ ਪਹਿਲੀ ਵਾਰੀ ਇਹਨਾਂ ਖੇਡਾਂ ਵਿੱਚ ਭਾਗ ਲਿਆ ਸੀਗਾ। YMCA ਜਾਂ GD ਸੋਧੀ ਨੇ, GD ਸੋਧੀ ਸੀਗੇ, AC ਲਾਰੈਂਸ, HC ਬੱਕ, ਇਹਨਾਂ ਨੇ ਓਲੰਪਿਕ ਲਹਿਰ ਨੂੰ ਦੇਸ਼ ਵਿੱਚ ਪ੍ਰਚਲਿਤ ਕਰਨ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ ਸੀਗਾ। ਤਾਂ ਉਹਦੇ ਵਿੱਚੋਂ ਕੀ ਸੀ, ਇੰਡੀਅਨ ਓਲੰਪਿਕ ਐਸੋਸੀਏਸ਼ਨ ਜੋ ਸੀਗੀ ਉਹ ਸੰਘ ਸਥਾਪਿਤ ਹੋ ਗਿਆ ਸੀਗਾ। ਭਾਰਤ ਦੀ ਜਿਹੜੀ ਹਾਕੀ ਟੀਮ ਸੀ ਪਹਿਲੀ ਵਾਰੀ 1928 ਵਿੱਚ ਐਮਸਟਰਡਮ ਵਿੱਚ ਸੋਨੇ ਦਾ ਤਗਮਾ ਇਹਨੇ ਜਿੱਤਿਆ ਸੀਗਾ। 27 ਵਿੱਚ ਦੇਖੋ ਐਸੋਸੀਏਸ਼ਨ ਬਣੀ ਔਰ ਪਹਿਲੀ ਵਾਰ ਹੀ ਸਾਡੀ ਇਹਦੇ ਵਿੱਚ 28 ਦੇ ਵਿੱਚ ਹਾਕੀ ਟੀਮ ਮੈਡਲ ਲੈ ਕੇ ਆਈ ਸੀ। 28 ਤੋਂ 56 ਤੱਕ ਜਿਹੜੀ ਸਾਡੀ ਟੀਮ ਹੈ ਹਾਕੀ ਦੀ ਬੇਟੇ ਉਹ ਜੇਤੂ ਰਹੀ ਸੀ। ਔਰ ਆਪਾਂ ਗੱਲ ਕਰਦੇ ਹਾਂ ਕਿ 1960 ਦੇ ਵਿੱਚ ਫਿਰ ਸਾਡੇ ਦੇਸ਼ ਦੇ ਮਿਲਖਾ ਹੋਰ ਵੀ ਮਿਲ ਕੇ ਸਮੇਂ 'ਤੇ ਖੇਡਦੇ ਰਹੇ, ਪਰ ਮਿਲਖਾ ਸਿੰਘ ਦੀ ਖਾਸ ਗੱਲ ਹੁੰਦੀ ਹੈ ਤਾਂ ਮਿਲਖਾ ਸਿੰਘ ਨੇ 400 ਮੀਟਰ ਦੌੜ ਵਿੱਚ ਭਾਗ ਲਿਆ ਸੀ, ਪਰ ਉਹ ਵੀ ਮੈਡਲ ਨਹੀਂ ਪ੍ਰਾਪਤ ਕਰ ਸਕੇ, ਉਹਨੂੰ ਚੌਥੇ ਨੰਬਰ 'ਤੇ ਆਏ ਸੀਗੇ। ਹੁਣ ਅਸੀਂ ਗੱਲ ਕਰਨਾ ਕਿ ਫਿਰ ਹੋਰ ਵੀ ਜਿੱਤਾਂ ਚਾਂਦੀ ਦੇ ਤਾਂਬੇ ਦੇ ਮੈਡਲ ਮਿਲਦੇ ਰਹੇ। ਔਰ ਅਭਿਨਵ ਬਿੰਦਰਾ ਨੇ ਫਿਰ ਕੀ ਸੀਗਾ, ਜਿਹੜੀਆਂ 2008 ਵਿੱਚ ਬੀਜ਼ਿੰਗ ਵਿੱਚ ਖੇਡਾਂ ਹੋਈਆਂ ਸੀਗੀਆਂ ਉਹਦੇ ਵਿੱਚ ਕੀ ਸੀ, ਮੈਨਸ ਏਅਰ 10 ਮੀਟਰ ਜਿਹੜੀ ਏਅਰ ਰਾਈਫਲ ਸ਼ੂਟਿੰਗ ਸੀਗੀ ਉਹਦੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਸੀਗਾ। ਅਤੇ ਬੇਟੇ ਪਿੱਛੇ ਜਿਹੇ 2016 ਦੇ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ PV ਸਿੰਧੂ ਨੇ ਬੈਡਮਿੰਟਨ ਦੇ ਵਿੱਚ, ਔਰ ਤਾਂਬੇ ਦਾ ਕੀਤਾ ਸੀ ਸਾਕਸ਼ੀ ਮਲਿਕ ਨੇ ਕੁਸ਼ਤੀਆਂ ਦੇ ਵਿੱਚ। ਇਹਨਾਂ ਨੂੰ ਤੁਸੀਂ ਇੱਕ ਵਾਰੀ ਬੁੱਕ ਦੇ ਵਿੱਚ ਜ਼ਰੂਰ ਪੜ੍ਹ ਲੈਣਾ, ਤੁਹਾਡੇ ਯਾਦ ਰਹਿਣਾ ਚਾਹੀਦੀਆਂ ਨੇ ਚੀਜ਼ਾਂ ਇਹ। ਹੁਣ ਅਸੀਂ ਗੱਲ ਕਰਦੇ ਹਾਂ ਬੇਟਾ ਕਿ ਏਸ਼ੀਅਨ ਖੇਡਾਂ ਬਾਰੇ, ਜਿਹੜੀਆਂ ਏਸ਼ੀਆਈ ਖੇਡਾਂ ਸੀਗੀਆਂ ਇਹ ਕੀ ਸੀ, ਕਿਵੇਂ ਹੋਈਆਂ ਸ਼ੁਰੂ ਇਹ। ਤਾਂ ਕੀ ਹੋਇਆ ਬੇਟਾ ਕਿ ਸੰਨ 1948 ਵਿੱਚ ਲੰਡਨ ਵਿੱਚ 14ਵੀਆਂ ਓਲੰਪਿਕ ਖੇਡਾਂ ਹੋਈਆਂ ਸੀ। ਉਸ ਸਮੇਂ GD ਸੋਧੀ ਨੇ ਆਪਣਾ ਨਵਾਂ ਵਿਚਾਰ ਪੇਸ਼ ਕੀਤਾ। ਸ਼੍ਰੀ GD ਸੋਧੀ ਨੇ ਇਹ ਮਹਿਸੂਸ ਕੀਤਾ ਕਿ ਭਾਰਤ ਜਾਂ ਏਸ਼ੀਆਈ ਖਿਡਾਰੀ ਜਦੋਂ ਪੱਛਮੀ ਦੇਸ਼ਾਂ ਵਿੱਚ ਮੁਕਾਬਲੇ ਤੇ ਖੇਡਾਂ ਵਿੱਚ ਭਾਗ ਲੈਣ ਆਉਂਦੇ ਹਨ ਤਦ ਉਹ ਬਹੁਤੇ ਚੰਗੇ ਨਤੀਜੇ ਹਾਸਲ ਨਹੀਂ ਕਰਦੇ। ਇਸ ਲਈ ਇਹਨਾਂ ਨੇ ਸੋਚਿਆ ਕਿ ਜੇ ਇਹੋ ਖਿਡਾਰੀ ਪਹਿਲਾਂ ਆਪਸ ਵਿੱਚ ਮੁਕਾਬਲੇ ਕਰਨ ਤਦ ਇੱਕ ਤਾਂ ਮੁਕਾਬਲੇ ਕਰਨ ਨਾਲ ਖੇਡ ਦਾ ਮਿਆਰ ਉੱਚਾ ਹੋ ਜਾਵੇਗਾ, ਦੂਜਾ ਖਿਡਾਰੀ ਦੀ ਮੁਕਾਬਲਾ ਕਰਨ ਦੀ ਦ੍ਰਿੜਤਾ ਵੱਧ ਜਾਵੇਗੀ, ਭਾਵ ਕੰਪੀਟੀਸ਼ਨ ਵੱਧ ਕਰਨਗੇ ਤਾਂ ਪ੍ਰੈਕਟਿਸ ਵੀ ਜ਼ਿਆਦਾ ਹੋਗੀ। ਇਸ ਵਿਚਾਰ ਨੂੰ ਪੂਰਾ ਕਰਨ ਲਈ ਉਹਨਾਂ ਨੇ 8 ਅਗਸਤ 1948 ਵਿੱਚ ਏਸ਼ੀਆਈ ਦੇਸ਼ਾਂ ਦੀ ਲੰਡਨ ਵਿੱਚ ਮਾਊਂਟ ਰਾਇਲ ਹੋਟਲ, ਜਿਹਦੀ ਤੁਸੀਂ ਤਸਵੀਰ ਦੇਖ ਸਕਦੇ ਹੋ, ਉਹਦੇ ਵਿੱਚ ਮੀਟਿੰਗ ਬੁਲਾਈ। ਇਸ ਵਿੱਚ ਕੋਰੀਆ, ਚੀਨ, ਬਰਮਾ, ਸੀਲੋਨ, ਭਾਰਤ, ਫਿਲੀਪੀਨ ਦੇਸ਼ਾਂ ਨੇ ਹਿੱਸਾ ਲਿਆ। ਇਹ ਮੀਟਿੰਗ ਬਹੁਤ ਕਾਮਯਾਬ ਰਹੀ। ਸਭ ਮੈਂਬਰਾਂ ਨੇ ਖੇਡਾਂ ਅੱਗੇ ਆ ਕੇ ਏਸ਼ੀਆਈ ਖੇਡਾਂ ਵਿੱਚ ਮੁਕਾਬਲੇ ਕਰਾਉਣ ਲਈ ਪੂਰੀ ਸਹਿਮਤੀ ਪ੍ਰਗਟ ਕੀਤੀ। ਇਸ ਤੋਂ ਬਾਅਦ ਮਹਾਰਾਜਾ ਪਟਿਆਲਾ, ਜਿਹਨਾਂ ਦਾ ਨਾਮ ਸੀ ਸ਼੍ਰੀ ਯਾਦਵਿੰਦਰ ਸਿੰਘ ਨੇ, ਏਸ਼ੀਆਈ ਖੇਡਾਂ ਸ਼ੁਰੂ ਕਰਨ ਵਿੱਚ ਆਪਣਾ ਯੋਗ ਹਿੱਸਾ ਪਾਇਆ। ਉਹਨਾਂ ਨੇ ਫਰਵਰੀ 1949 ਵਿੱਚ ਦਿੱਲੀ ਵਿੱਚ ਏਸ਼ੀਆਈ ਖੇਡਾਂ ਦੇ ਏਸ਼ੀਆਈ ਦੇਸ਼ਾਂ ਦੀ ਮੀਟਿੰਗ ਬੁਲਾਈ। ਇਹ ਮੀਟਿੰਗ ਬਹੁਤ ਕਾਮਯਾਬ ਰਹੀ। ਅਫਗਾਨਿਸਤਾਨ, ਬਰਮਾ, ਸੀਲੋਨ, ਭਾਰਤ, ਇੰਡੋਨੇਸ਼ੀਆ, ਨੇਪਾਲ, ਪਾਕਿਸਤਾਨ, ਫਿਲੀਪੀਨ ਜਿਹੜੇ ਆਦਿ ਦੇਸ਼ ਸੀ, ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਭਾਗ ਲਿਆ। ਇਸ ਮੀਟਿੰਗ ਵਿੱਚ ਏਸ਼ੀਆਈ ਐਥਲੈਟਿਕ ਫੈਡਰੇਸ਼ਨ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ, ਏਸ਼ੀਆਈ ਖੇਡ ਫੈਡਰੇਸ਼ਨ ਰੱਖਿਆ ਗਿਆ। ਪਹਿਲਾਂ ਐਥਲੈਟਿਕ ਫੈਡਰੇਸ਼ਨ ਸੀ, ਹੁਣ ਖੇਡ ਫੈਡਰੇਸ਼ਨ ਕੀਤਾ ਗਿਆ, ਕਿਉਂਕਿ ਇਹਦੇ ਵਿੱਚ ਐਥਲੈਟਿਕ ਤੋਂ ਬਿਨਾਂ ਹੋਰ ਇਵੈਂਟ ਵੀ ਸ਼ਾਮਲ ਸੀਗੇ। ਅਤੇ ਇਸ ਦਾ ਸੰਵਿਧਾਨ ਵੀ ਬਣਾਇਆ ਗਿਆ। ਇਹਨਾਂ ਦਾ ਸਮਾਂ ਹਰ 4 ਸਾਲ ਬਾਅਦ ਕਰਾਉਣ ਦਾ ਨਿਸ਼ਚਿਤ ਕੀਤਾ ਗਿਆ। ਏਸ਼ੀਆਈ ਖੇਡਾਂ ਨੇ ਬੇਟਾ ਜਿਹੜੀਆਂ ਫੈਡਰੇਸ਼ਨ ਨੇ 4 ਮਾਰਚ ਤੋਂ, ਜੋ ਪਹਿਲੀਆਂ ਹੋਈਆਂ ਸੀਗੀਆਂ, 11 ਮਾਰਚ ਤੱਕ ਪਹਿਲੀਆਂ ਖੇਡਾਂ 1951 ਵਿੱਚ ਨੈਸ਼ਨਲ ਸਟੇਡੀਅਮ ਦਿੱਲੀ ਵਿਖੇ ਹੀ ਕਰਵਾਈਆਂ ਸੀਗੀਆਂ। ਕਿਹੜੀ ਡੇਟ ਤੋਂ? 4 ਮਾਰਚ ਤੋਂ 11 ਮਾਰਚ 1951 ਨੂੰ ਪਹਿਲੀਆਂ ਖੇਡਾਂ ਦਿੱਲੀ ਵਿੱਚ ਹੋਈਆਂ ਸੀਗੀਆਂ। ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਦਾ ਮੋਟੋ ਕੀ ਹੈ। ਇਹਦਾ ਮੋਟੋ ਸੀਗਾ ਐਵਰ ਔਨਵਰਡ, ਭਾਵ ਕਿ ਹਮੇਸ਼ਾ ਅੱਗੇ ਵਧਣਾ ਏਸ਼ੀਆਈ ਖੇਡਾਂ ਦਾ ਮੋਟੋ ਰੱਖਿਆ ਗਿਆ ਹੈ। ਏਸ਼ੀਆਈ ਖੇਡਾਂ ਦੀ ਸਹੁੰ ਅਤੇ ਜੋ ਖੇਡਾਂ ਦੇ ਨਿਯਮ ਨੇ ਉਹ ਓਲੰਪਿਕ ਖੇਡਾਂ ਵਾਲੇ ਹੀ ਹੁੰਦੇ ਨੇਗੇ ਬੇਟਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਖੇਡਾਂ ਦੇ ਵਿੱਚ
ਕਿਹੜੇ ਦੇਸ਼ ਨੇ ਕਦੋਂ ਕਦੋਂ ਇਹਦੀ ਮੇਜ਼ਬਾਨੀ ਕੀਤੀ, ਕਦੋਂ ਕਦੋਂ ਕਰਵਾਈਆਂ, ਤਾਂ ਮਾੜੀ ਜਿਹੀ ਝਾਤ ਮਾਰ ਲੈਣੇ ਇਹਦੇ ਵਿੱਚ ਆਪਾਂ। ਸਭ ਤੋਂ ਪਹਿਲਾਂ 1951 ਵਿੱਚ ਦਿੱਲੀ ਵਿੱਚ ਹੋਈਆਂ ਸੀ, 54 ਵਿੱਚ ਮਨੀਲਾ ਵਿੱਚ, 58 ਦੇ ਵਿੱਚ ਟੋਕੀਓ 'ਚ, ਔਰ 1962 ਦੇ ਵਿੱਚ ਜਕਾਰਤਾ ਦੇ ਵਿੱਚ। ਇਸ ਤਰ੍ਹਾਂ ਹੁੰਦੀਆਂ ਖੇਡਾਂ। ਅੱਗੇ 51 ਤੋਂ ਬਾਅਦ 1982 ਦੇ ਵਿੱਚ ਇਹ ਖੇਡਾਂ ਇਹਨੇ ਦਿੱਲੀ ਵਿੱਚ ਦੁਬਾਰਾ ਫੇਰ ਹੋਈਆਂ ਸੀਗੀਆਂ। 1982 ਵਿੱਚ ਦੁਬਾਰਾ ਹੋਈਆਂ, ਫਿਰ 86 ਵਿੱਚ ਕੋਰੀਆ 'ਚ ਹੋਈਆਂ, 1990 ਦੇ ਵਿੱਚ ਚੀਨ 'ਚ ਹੋਈਆਂ। ਹੁਣ ਅਸੀਂ ਜ਼ਿਆਦਾ ਅੱਗੇ ਨਹੀਂ ਜਾਂਦੇ, ਤਾਂ ਅਸੀਂ ਗੱਲ ਕਰਦੇ ਹਾਂ 2002 ਤੋਂ। 2002 ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਇਹ ਖੇਡਾਂ ਕਰਵਾਈਆਂ ਗਈਆਂ ਸੀਗੀਆਂ। ਉਸ ਤੋਂ ਬਾਅਦ 6 ਦੇ ਵਿੱਚ ਫਿਰ ਕਤਰ ਦੇ ਵਿੱਚ ਕਰਾਈਆਂ ਗਈਆਂ, 2010 ਦੇ ਵਿੱਚ ਚੀਨ 'ਚ, ਔਰ 14 ਵਿੱਚ ਪਿੱਛੇ ਜੇ ਕਿੱਥੇ ਹੋਈਆਂ ਸੀ ਇਹ ਸਾਊਥ ਕੋਰੀਆ ਵਿੱਚ ਹੋ ਕੇ ਹਟੀਆਂ ਨੇ, ਔਰ 18 ਦੇ ਵਿੱਚ ਕਿੱਥੇ ਹੋਈਆਂ ਸੀਗੀਆਂ ਇੰਡੋਨੇਸ਼ੀਆ ਜਕਾਰਤਾ ਦੇ ਵਿੱਚ ਇਹ ਖੇਡਾਂ ਹੋਈਆਂ ਨੇਗੀਆਂ। ਤੁਸੀਂ ਨੀਚੇ ਦੇ ਝਾਤ ਵੀ ਮਾਰਦੇ ਰਹਿਣਾ ਹੈਗਾ। ਜਕਾਰਤਾ ਵਿੱਚ ਹੋਈਆਂ, ਔਰ ਅੱਗੇ ਬੇਟਾ 1922 ਦੇ ਵਿੱਚ ਇਹ ਖੇਡਾਂ ਕਿੱਥੇ ਹੋਣਗੀਆਂ ਹੈਂਗਜੂ ਦੇ ਵਿੱਚ ਹੋਣਗੀਆਂ, ਜੋ ਕਿੱਥੇ ਹੈ ਕਿ ਚਾਈਨਾ ਦੇ ਵਿੱਚ ਹੈ। ਉੱਥੇ ਇਹ 2022 ਦੇ ਵਿੱਚ ਦੇਖੋ ਪਲਾਨਿੰਗ ਪਹਿਲਾਂ ਬਣੀ ਹੁੰਦੀ ਵੀ ਕਿਹੜੀਆਂ ਖੇਡਾਂ ਕਿੱਥੇ ਕਿੱਥੇ ਹੋਣੀਆਂ ਨੇ, 22 ਦੇ ਵਿੱਚ, ਔਰ 26 ਦੀ ਵੀ ਪਲਾਨਿੰਗ ਹੋਈ ਹੈ। ਅੱਜ ਤੋਂ 6 ਸਾਲ ਬਾਅਦ ਵੀ ਪਤਾ ਖੇਡਾਂ ਜਿਹੜੀਆਂ ਇਹ ਨੇ ਇਹ ਕਿੱਥੇ ਕਰਾਈਆਂ ਜਾਣਗੀਆਂ, ਨੈਗੋਇਆ ਜਾਪਾਨ ਦੇ ਵਿੱਚ 26 ਦੇ ਵਿੱਚ ਜਿਹੜੀ ਏਸ਼ੀਅਨਸ ਖੇਡਾਂ ਨੇ ਉਹ ਕਰਵਾਈਆਂ ਜਾਣੀਆਂ ਨੇ। ਹੁਣ ਬੇਟਾ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਇਹਨਾਂ ਖੇਡਾਂ ਦੇ ਵਿੱਚ ਕਿੱਥੇ ਖੜਾ ਹੈ। ਬੇਟੇ ਭਾਰਤ ਜੋ ਹੈ ਇਹਨਾਂ ਖੇਡਾਂ ਦੇ ਵਿੱਚ 1951 ਵਿੱਚ ਪਹਿਲੀ ਏਸ਼ੀਆਈ ਖੇਡਾਂ ਵਿੱਚ ਦਿੱਲੀ ਵਿਖੇ ਲੈਰੀ ਪਿੰਟੋ ਨੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰਤੀ ਫੁੱਟਬਾਲ ਟੀਮ ਨੇ ਵੀ ਇੱਥੇ ਸੋਨੇ ਦਾ ਤਗਮਾ ਜਿੱਤਿਆ ਸੀਗਾ। ਆਪਾਂ ਹੁਣ ਬਾਹਰੀ ਬਰੀਕੀ 'ਚ ਨਹੀਂ ਚੱਲਦੇ। ਔਰ 58 ਦੇ ਵਿੱਚ ਤੀਜੀਆਂ ਏਸ਼ੀਆਈ ਖੇਡਾਂ ਵਿੱਚ ਟੋਕੀਓ ਵਿਖੇ ਮਿਲਖਾ ਸਿੰਘ ਨੇ 200 ਮੀਟਰ ਤੇ 400 ਮੀਟਰ ਦੌੜ ਦੌੜੀ। ਮਹਿੰਦਰ ਸਿੰਘ ਨੇ ਹਾਫ ਸਟੈਪ ਜੰਪ ਕੀਤਾ, ਅਤੇ ਇਹਨਾਂ ਨੇ ਕੀ ਸੀ ਸੋਨੇ ਦੇ ਤਗਮੇ ਉੱਥੇ ਪ੍ਰਾਪਤ ਕੀਤੇ ਸੀਗੇ। ਤਾਂ ਅਸੀਂ ਗੱਲ ਕਰੀਏ ਜੇਕਰ 1966 ਦੇ ਵਿੱਚ ਪੰਜਵੀਆਂ ਖੇਡਾਂ ਦੀ, ਜੋ ਕਿ ਬੈਂਕਾਕ ਵਿੱਚ ਹੋਈਆਂ ਸੀ, ਇਹਨਾਂ ਵਿੱਚ ਅਜਮੇਰ ਸਿੰਘ ਨੇ 400 ਮੀਟਰ ਦੌੜ ਦੇ ਵਿੱਚ, ਜੋਗਿੰਦਰ ਸਿੰਘ ਨੇ ਗੋਲਾ ਸੁੱਟਣ ਦੇ ਵਿੱਚ, ਆਦਿ ਖਿਡਾਰੀਆਂ ਨੇ ਕੀ ਸੀ ਸੋਨੇ ਦੇ ਤਗਮੇ ਪ੍ਰਾਪਤ ਕੀਤੇ। ਇਸ ਤਰੀਕੇ ਨਾਲ ਜਿਹੜੇ ਸਾਡੇ ਖਿਡਾਰੀ ਨੇ ਏਸ਼ੀਆਈ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਸਮੇਂ-ਸਮੇਂ 'ਤੇ ਕਰਦੇ ਰਹੇ। ਔਰ 74 ਦੇ ਵਿੱਚ ਤਾਂ ਤਹਿਰਾਨ ਵਿੱਚ ਜਿਹੜੀਆਂ ਏਸ਼ੀਆਈ ਖੇਡਾਂ ਹੋਈਆਂ ਸੀ ਉਹਦੇ ਵਿੱਚ ਭਾਰਤ ਨੇ 7ਵਾਂ ਸਥਾਨ ਪ੍ਰਾਪਤ ਕੀਤਾ ਸੀ, ਔਰ ਭਾਰਤ ਨੇ 14 ਸੋਨੇ ਦੇ ਜਿਹੜੇ ਸੀਗੇ ਉਹ ਮੈਡਲ ਪ੍ਰਾਪਤ ਕੀਤੇ। ਹੁਣ ਅਸੀਂ ਗੱਲ ਕਰਦੇ ਹਾਂ ਅੱਗੇ ਸਾਡੀਆਂ 13ਵੀਆਂ ਏਸ਼ੀਆਈ ਖੇਡਾਂ ਦੀਆਂ, ਜੋ ਕਿ 88 ਵਿੱਚ ਹੋਈਆਂ। ਉਹਦੇ ਵਿੱਚ ਵੀ ਕੀ ਸੀ ਕਿ ਸੋਨੇ ਦੇ 7 ਤਗਮੇ ਭਾਰਤ ਨੇ ਪ੍ਰਾਪਤ ਕੀਤੇ ਸੀਗੇ। ਔਰ 2006 ਦੇ ਵਿੱਚ ਜਿਹੜੀਆਂ ਏਸ਼ੀਆਈ ਖੇਡਾਂ ਕਤਰ ਵਿਖੇ ਹੋਈਆਂ ਸੀਗੀਆਂ ਉਹਦੇ ਵਿੱਚ ਭਾਰਤ ਨੇ 10 ਸੋਨੇ ਦੇ ਮੈਡਲ ਪ੍ਰਾਪਤ ਕੀਤੇ ਸੀਗੇ। 2010 ਵਿੱਚ ਏਸ਼ੀਆਈ ਖੇਡਾਂ ਚੀਨ 'ਚ ਹੋਈਆਂ। ਭਾਰਤ ਨੇ ਇਹਨਾਂ ਖੇਡਾਂ ਵਿੱਚ 14 ਸੋਨੇ ਦੇ ਤਗਮੇ ਪ੍ਰਾਪਤ ਕੀਤੇ ਸੀਗੇ, ਜੋ ਉਹ 14 ਵਿੱਚ ਹੋਈਆਂ ਨੇ ਬੇਟਾ ਪਿੱਛੇ। 14 ਵਿੱਚ 17ਵੀਆਂ ਏਸ਼ੀਆਈ ਖੇਡਾਂ ਜਿਹੜੀਆਂ ਹੋਈਆਂ ਸੀ ਇਹਨਾਂ ਖੇਡਾਂ ਵਿੱਚ ਭਾਰਤ ਨੇ 57 ਤਗਮੇ ਪ੍ਰਾਪਤ ਕੀਤੇ ਸੀਗੇ, ਜਿਨ੍ਹਾਂ ਵਿੱਚੋਂ 11 ਸੋਨੇ ਅਤੇ 10 ਚਾਂਦੀ ਦੇ ਮੈਡਲ ਪ੍ਰਾਪਤ ਕੀਤੇ ਗਏ ਸੀਗੇ। ਸੋ ਬੱਚਿਓ, ਮੈਨੂੰ ਉਮੀਦ ਹੈ ਵੀ ਤੁਸੀਂ ਹੁਣ ਜਿਹੜਾ ਇਹ ਸਾਡਾ ਅੱਜ ਦਾ ਟੌਪਿਕ ਹੈ ਇਸ ਨੂੰ ਚੰਗੇ ਤਰੀਕੇ ਨਾਲ ਸਮਝ ਗਏ ਹੋਣੇ ਹੈਗਾ ਕਿ ਜਿਹੜੀ ਸਾਡੀਆਂ ਏਸ਼ੀਆਈ ਖੇਡਾਂ ਕਿਵੇਂ ਹੋਈਆਂ, ਕਿੱਥੋਂ ਹੋਈਆਂ ਸ਼ੁਰੂ, ਔਰ ਜਿਹੜੀ ਓਲੰਪਿਕ ਖੇਡਾਂ ਦਾ ਉਹ ਜਨਮਦਾਤਾ ਕੌਣ ਸੀਗਾ, ਏਸ਼ੀਆਈ ਖੇਡਾਂ ਦਾ ਕੌਣ ਸੀ, ਪੁਰਾਣੀਆਂ ਓਲੰਪਿਕ ਖੇਡਾਂ ਕਿਵੇਂ ਹੋਈਆਂ ਸੀਗੀਆਂ, ਕਿਵੇਂ ਖਤਮ ਹੋਈਆਂ। ਇਹਨਾਂ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਸੁਣਨਾ, ਸਮਝਣਾ ਔਰ ਯਾਦ ਕਰਨਾ, ਔਰ ਹੋਰ ਡਿਟੇਲ ਸਮਝਣ ਲਈ ਆਪਣੀ ਬੁੱਕ ਨੂੰ ਜ਼ਰੂਰ ਪੜ੍ਹਨਾ ਤੁਸੀਂ ਨੇ। ਸੋ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ।